हाँ जी विद्यार्थियों, सत श्री अकाल सारिਆਂ ਨੂੰ। सूफी कावधारा ਦੇ ਵਿੱਚ ਇੱਕ ਆਪਣਾ सूफी कवि रह गया सी जो कि किस्सा कवि भी है। प्रसिद्ध किस्सा ससी हाशम ਜਿਹੜਾ ਉਹਦੇ ਬਾਰੇ ਆਪਾਂ ਗੱਲ ਕੀਤੀ ਸੀਗੀ। ਨਾਮ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਸੱਸੀ ਹਾਸ਼ਮ ਹੈ ਜਿਹੜਾ ਕਿੱਸਾ ਉਹ ਪ੍ਰਸਿੱਧ ਹਾਸ਼ਮ ਸ਼ਾਹ ਦੇ ਕਰਕੇ ਹੁੰਦਾ, क्योंकि ਸੱਸੀ ਹਾਸ਼ਮ ਮੈਂ ਜਿਵੇਂ ਬੋਲ ਹੀ ਦਿੱਤਾ ਵੀ ਸੱਸੀ ਜਿਹੜਾ ਕਿੱਸਾ ਹੈਗਾ ਸੱਸੀ ਪੁੰਨੂ ਵਾਲਾ, ਉਹ ਜਦੋਂ ਹਾਸ਼ਮ ਸ਼ਾਹ ਉਸ ਕਿੱਸੇ ਨੂੰ ਲਿਖਦਾ ਹੈ ਉਦੋਂ ਉਹ ਕਿੱਸਾ ਬਹੁਤ ਪ੍ਰਸਿੱਧ ਹੋ ਜਾਂਦਾ ਹੈ। ਜਿਵੇਂ ਵਾਰਿਸ ਸ਼ਾਹ ਹੀਰ ਲਿਖਦਾ, ਹੀਰ ਪ੍ਰਸਿੱਧ ਹੋ ਜਾਂਦੀ ਹੈ। ਲਓ ਜੀ, ਹੁਣ ਆਪਾਂ ਗੱਲ ਕਰਦੇ ਹਾਂ ਵੀ ਹਾਸ਼ਮ ਸ਼ਾਹ ਹੈ ਜਿਹੜਾ ਉਹ ਸਾਡਾ ਕਿੱਸਾ ਕਵੀ ਵੀ ਹੈ, सूफी कवि भी है। किस्सा काव्य ਦੇ ਵਿੱਚ ਆਪਾਂ ਉਹਦੀਆਂ ਰਚਨਾਵਾਂ ਪੜ੍ਹ ਚੁੱਕੇ ਹਾਂ। सूफी काव्य ਦੇ ਵਿੱਚ ਦੋਹਰੇ ਅਤੇ ਡਿਉਡਾਂ, ਦੋਹਰੇ ਨਹੀਂ ਦੋਹੜੇ ਅੜੈ ਨਾਲ, ਇੱਕ ਆਪਾਂ ਕਹਿੰਦੇ ਹਾਂ ਦੋਹਰਾ, ਇੱਕ ਕਹਿੰਦੇ ਹਾਂ ਦੋਹੜਾ। ਦੋਨਾਂ ਦੇ ਵਿੱਚ ਬੇਟਾ ਜੀ ਫਰਕ ਹੈ। ਦੋਹਰਾ ਛੰਦ ਹੈ, ਦੋਹੜਾ ਕਾਵ ਰੂਪ ਹੈ, ਕਵਿਤਾ ਲਿਖਣ ਦਾ ਢੰਗ ਹੈ। ਦੋਹੜਾ ਜਿਹੜੇ ਦੋਹੜੇ ਆ ਉਹ ਮਤਲਬ ਕਾਵ ਰੂਪ ਹਨ, ਕਵਿਤਾ ਦਾ ਰੂਪ ਹਨ, ਇੱਕ ਪ੍ਰਕਾਰ ਦਾ ਕਵਿਤਾ ਨੂੰ ਲਿਖਣ ਦਾ ਢੰਗ ਹੈ ਵੀ ਇਸ ਤਰੀਕੇ ਨਾਲ ਵੀ ਦੋਹੜਿਆਂ ਦੇ ਵਿੱਚ ਵੀ ਕਵਿਤਾ ਲਿਖੀ ਜਾ ਸਕਦੀ ਹੈ। ਹਾਂ, ਦੋਹੜਿਆਂ ਦੇ ਵਿੱਚ ਛੰਦ ਕਿਹੜਾ ਵਰਤਣਾ ਹੈ ਉਹ ਲੇਖਕ ਦੀ, ਕਵੀ ਦੀ ਮਰਜ਼ੀ ਹੈ। ਇਵੇਂ ਹੀ ਹਾਸ਼ਮ ਸ਼ਾਹ ਦੇ ਦੋਹੜਿਆਂ ਦਾ ਵੀ ਛੰਦ ਹੈ ਜਿਹੜਾ ਉਹ ਦਵਈਆ ਹੈ। ਡਾਕਟਰ ਰਤਨ ਸਿੰਘ ਜੱਗੀ ਦੇ ਅਨੁਸਾਰ, ਡਾਕਟਰ ਰਤਨ ਸਿੰਘ ਜੱਗੀ ਕਹਿੰਦਾ ਵੀ ਇਹਦੇ ਦੋਹੜਿਆਂ ਦਾ ਜਿਹੜਾ ਛੰਦ ਹੈ ਉਹ ਦਵਈਆ ਛੰਦ ਹੈ, 28 ਮਾਤਰਾਵਾਂ ਵਾਲਾ ਜਿਹੜਾ ਪ੍ਰਸਿੱਧ ਛੰਦ ਹੈ। ਹਾਸ਼ਮ ਸ਼ਾਹ ਆਪ ਆਪਣੇ ਕਿੱਸੇ ਸੱਸੀ ਪੁੰਨੂ ਦੇ ਵਿੱਚ ਦਵਈਆ ਛੰਦ ਦੀ ਵਰਤੋਂ ਕਰਦਾ ਅਤੇ ਸਭ ਤੋਂ ਪਹਿਲਾਂ ਪੰਜਾਬੀ ਕਿੱਸਾ ਜਗਤ ਦੇ ਵਿੱਚ ਇਸ ਦੀ ਵਰਤੋਂ ਕਰਨ ਵਾਲਾ ਦਮੋਦਰ ਹੈ। ਸਭ ਤੋਂ ਪਹਿਲਾ ਕਿੱਸਾ ਕਵੀ ਦਮੋਦਰ ਹੈ ਸਾਡਾ। ਅਤੇ ਸਭ ਤੋਂ ਪਹਿਲਾਂ ਉਹਨੇ ਕਿਹੜਾ ਛੰਦ ਵਰਤਿਆ ਸੀਗਾ? ਕਿੱਸਾ ਕਾਵ ਜਗਤ ਦੇ ਵਿੱਚ ਸਭ ਤੋਂ ਪਹਿਲਾਂ ਵਰਤਿਆ ਜਾਣ ਵਾਲਾ ਛੰਦ ਉਹ ਕਿਹੜਾ ਸੀਗਾ? ਸਾਡਾ ਦਵਈਆ ਛੰਦ, 28 ਮਾਤਰਾਵਾਂ ਵਾਲਾ ਛੰਦ। 16-12 ਜਿਹਨੂੰ ਆਪਾਂ ਕਹਿ ਦਿੰਦੇ, 16-12 ਦਾ ਮਤਲਬ ਹੈ ਕਿ ਪਹਿਲਾ ਵਿਸ਼ਰਾਮ 16 ਤੇ ਦੂਸਰਾ 12 ਤੇ। ਇਹ ਤਕਨੀਕੀਆਂ ਥੋੜ੍ਹੀਆਂ ਜਿਹੀਆਂ ਭਾਸ਼ਾ ਨੂੰ ਸਮਝਣਾ ਸ਼ੁਰੂ ਕਰ ਦਿਓ ਛੇਤੀ ਨਾਲ। ਹਾਂਜੀ, ਹਾਸ਼ਮ ਸ਼ਾਹ 1753 ਤੋਂ 1823 सूफी ਕਾਵਧਾਰਾ ਹੈ ਜਿਹੜੀ ਉਹ ਸਿੱਖ ਰਾਜ ਕਾਲ ਦਾ ਪ੍ਰਸਿੱਧ ਕਵੀ ਹੈ ਹਾਸ਼ਮ ਸ਼ਾਹ। ਜਾਂ ਐਵੇਂ ਕਹਿ ਲਓ ਵੀ ਆਖਰੀ ਸ਼ਿਖਰ ਹੈ। ਲਓ ਜੀ, ਹਾਸ਼ਮ ਸ਼ਾਹ सूफी ਕਾਵਧਾਰਾ ਦਾ। ਬਸ ਇਸ ਤੋਂ ਬਾਅਦ ਜਿਹੜੀ सूफी ਕਾਵਧਾਰਾ ਲਗਭਗ ਸਮਾਪਤੀ ਵੱਲ ਚਲੀ ਜਾਂਦੀ। ਹੁਣ ਇੱਥੇ ਕੀ ਹੈ, ਕਿਉਂਕਿ ਸਿੱਖਾਂ ਦਾ ਰਾਜ ਜਦੋਂ ਆ ਗਿਆ ਤਾਂ ਜਿਹੜੇ सूफी ਕਵੀ ਸੀ ਉਹ ਹੌਲੀ ਹੌਲੀ ਕੀ ਹੋਇਆ, ਉਸ ਦਾ सूफी ਕਵੀਆਂ ਦੀ ਹੌਲੀ ਹੌਲੀ ਰੁਝਾਨ ਲੋਕਾਂ ਦਾ सूफी ਕਾਵ ਦੇ ਵਿੱਚ ਹੌਲੀ ਹੌਲੀ ਖਤਮ ਹੋ ਗਿਆ। सूफी ਕਵੀ ਵੀ ਉਹਨਾਂ ਦਾ ਵੀ ਉਹੋ ਜਿਹਾ ਜੀਵਨ ਨਹੀਂ ਰਿਹਾ ਜਿਹੋ ਜਿਹਾ ਹੋਣਾ ਚਾਹੀਦਾ ਸੀ। ਸੋ ਹਾਸ਼ਮ ਸ਼ਾਹ ਹੈ ਜਿਹੜਾ, ਹੁਣ ਤੁਸੀਂ ਖੁਦ ਦੇਖ ਲਓ ਵੀ ਹਾਸ਼ਮ ਸ਼ਾਹ ਕਿੱਸਾ ਕਾਵ ਵੀ ਲਿਖ ਰਿਹਾ ਅਤੇ ਉਹ सूफी ਕਵੀਆਂ ਦੀ ਸ਼੍ਰੇਣੀ ਦੇ ਵਿੱਚ ਵੀ ਆ ਰਿਹਾ। ਹੁਣ ਜਾਂ ਤਾਂ ਕੋਈ ਇਸ਼ਕ ਹਕੀਕੀ ਹੋ ਸਕਦਾ। ਹੁਣ ਦੇਖੋ, ਜਿਹੜਾ ਤਾਂ ਹੈ ਕਿੱਸੇ ਦਾ ਸੰਬੰਧ ਉਹ ਹੈਗਾ ਇਸ਼ਕ ਮਜਾਜੀ ਦੇ ਨਾਲ, ਅਤੇ ਜਿਹੜਾ ਹੈਗਾ सूफी ਕਾਵਧਾਰਾ ਹੈ ਜਿਹੜੀ सूफी ਦਾ ਕਾਵ ਦਾ ਸੰਬੰਧ ਹੈ ਇਸ਼ਕ ਹਕੀਕੀ ਦੇ ਨਾਲ। ਇਸ਼ਕ ਮਜਾਜੀ ਮਤਲਬ ਦੁਨਿਆਵੀ ਪ੍ਰਕਾਰ ਦਾ ਇਸ਼ਕ ਜਿਹੜਾ ਅੱਜ ਕੱਲ੍ਹ ਪ੍ਰਚਲਨ ਦੇ ਵਿੱਚ ਹੈ, ਦੁਨੀਆਦਾਰੀ ਦੇ ਵਿੱਚ ਪ੍ਰਚਲਨ ਦੇ ਵਿੱਚ ਹੈ, ਉਹਨਾਂ ਸਮਿਆਂ ਦੇ ਵਿੱਚ ਵੀ ਸੀਗਾ। ਇੱਕ ਹੁੰਦਾ ਰੂਹਾਨੀ ਇਸ਼ਕ, ਪਰਮਾਤਮਾ ਦੇ ਨਾਲ ਕੀਤਾ ਹੋਇਆ ਇਸ਼ਕ, ਉਹਨੂੰ ਕਿਹਾ ਜਾਂਦਾ ਹੈ ਇਸ਼ਕ ਹਕੀਕੀ। ਅਤੇ ਜਿਹੜਾ ਹੈਗਾ ਕਿੱਸਾ ਕਵੀਆਂ ਦਾ ਰਾਹ ਉਹ ਹੈਗਾ ਇਸ਼ਕ ਮਜਾਜੀ, ਅਤੇ ਜਿਹੜਾ ਹੈਗਾ सूफी ਕਵੀਆਂ ਦਾ ਰਾਹ ਉਹ ਹੈਗਾ ਇਸ਼ਕ ਹਕੀਕੀ। ਸੋ ਹਾਸ਼ਮ ਸ਼ਾਹ ਹੈ ਜਿਹੜਾ ਇਹ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਨੂੰ ਮੰਨਦਾ ਵੀ ਇਸ਼ਕ ਮਜਾਜੀ ਦੇ ਵਿੱਚ ਉਹ ਕੀ ਕਰਦਾ, ਕਿੱਸਾ ਕਾਵ ਲਿਖਦਾ, ਅਤੇ ਇਸ਼ਕ ਹਕੀਕੀ ਦੇ ਵਿੱਚ ਇੱਕ सूफी ਕਵੀ ਦੇ ਤੌਰ 'ਤੇ ਦੋਹੜੇ ਅਤੇ ਡਿਉਡਾਂ ਦੀ ਰਚਨਾ ਕਰਦਾ ਹੈ। ਗਿਣਤੀ ਦੇ ਵਿੱਚ ਦੋਹੜੇ ਅਤੇ ਡਿਉਡਾਂ ਕਿੰਨੀਆਂ? 208 ਦੋਨੋਂ ਮਿਲਾ ਕੇ। ਹਾਂਜੀ, ਪ੍ਰਮੁੱਖ ਕਿੱਸਾ ਕਵੀ ਹੈ, ਪਰੰਤੂ ਡਾਕਟਰ ਲਾਜਵੰਤੀ ਰਾਮਾ ਕ੍ਰਿਸ਼ਨਾ ਇਸ ਨੂੰ ਇਸ ਕਾਲ ਦੇ सूफी ਕਵੀਆਂ ਵਿੱਚ ਸਥਾਨ ਦਿੰਦੀ ਹੈ। ਪੁਸਤਕ ਦਾ ਪਤਾ ਤੁਹਾਨੂੰ ਲੱਗ ਗਿਆ, ਸਾਡੀ 11ਵੀਂ ਜਮਾਤ ਵਾਲੀ ਪੁਸਤਕ ਹੈ। ਧਿਆਨ ਰੱਖਿਓ, ਇਸ ਨੂੰ सूफी ਕਵੀ ਮੰਨਣ ਵਾਲੀ ਕੌਣ ਹੈ? ਡਾਕਟਰ ਲਾਜਵੰਤੀ ਰਾਮਾ ਕ੍ਰਿਸ਼ਨਨ। ਬੁੱਕ ਦਾ ਨਾਮ ਹੈ ਪੰਜਾਬੀ सूफी ਪੋਇਟਸ। ਹਾਂਜੀ, ਅੱਗੇ ਦੇਖੋ, ਕਿੱਸਿਆਂ ਦੇ ਨਾਲ ਨਾਲ 208 ਦੋਹੜੇ ਅਤੇ ਡਿਉਡਾਂ ਲਿਖਿਆ ਹੋਇਆ ਨਾ, ਦੋਹੜੇ ਲਿਖਿਆ, ਅੜੈ ਨਾਲ ਲਿਖਿਆ, ਅੜਾੜੇ ਨਾਲ ਲਿਖਿਆ ਹੈ। ਜਿਹੜਾ ਅੜਾੜਾ ਜਿਹੜਾ ਅੱਖਰ ਹੈ ਇਹਦੀ ਸਭ ਤੋਂ ਪਹਿਲਾਂ ਵਰਤੋਂ ਹੈ ਜਿਹੜੀ ਉਹ ਪੰਜਾਬੀ ਜਗਤ ਦੇ ਵਿੱਚ ਹੁੰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਕਰਦੇ ਹੈ ਸਭ ਤੋਂ ਪਹਿਲਾਂ।
ਅੜਾੜਾ ਜਿਹੜਾ ਇਹ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਇਸ ਦੀ ਨਿਜਾਤ, ਇਸ ਨੂੰ ਪੈਦਾ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ। ਅੜਾੜੇ ਦਾ ਖਾਸ ਧਿਆਨ ਰੱਖਿਓ ਬੇਟਾ ਜੀ। ਇਸ ਤੋਂ ਪਹਿਲਾਂ ਕਿਸੇ ਨੇ ਵੀ ਮੰਨ ਲਓ ਕੀਤਾ ਹੈ ਤਾਂ ਉਹ ਗੁਰਮੁਖੀ ਦੇ ਵਿੱਚ ਨਹੀਂ ਕੀਤਾ। ਮੰਨ ਲਓ ਹੋ ਸਕਦਾ ਵੀ ਤੁਸੀਂ ਕਿਤੇ ਕਿਤੇ ਪੜ੍ਹੋ ਵੀ ਬਾਬਾ ਫਰੀਦ ਹੈ ਜਿਹੜਾ ਉਹ, ਕਿਉਂਕਿ ਲਹਿੰਦੀ ਦੇ ਵਿੱਚ ਅੜਾੜੇ ਦੀ ਖਾਸ ਵਰਤੋਂ ਹੁੰਦੀ ਹੈ ਨਾ। ਸੁਹੰਦੜਾ, ਸਾਜਨੜਾ, ਇਹ ਹੈ ਜਿਹੜੇ ਇਹ ਲਹਿੰਦੀ ਭਾਸ਼ਾ ਦੇ ਸ਼ਬਦ ਹੈ। ਹੁਣ ਅੜਾੜੇ ਸ਼ਬਦ ਦੀ ਵਰਤੋਂ ਹੈ ਪਰ ਉਹ ਭਾਸ਼ਾ ਉਹਨਾਂ ਦੀ ਪੰਜਾਬੀ ਹੈ, ਲਿਪੀ ਉਹਨਾਂ ਦੀ ਫਾਰਸੀ ਹੈ। ਇਸ ਕਰਕੇ ਲਿਪੀ ਹੈ ਜਿਹੜੀ ਉਹਨਾਂ ਦੀ ਹੋਰ ਕੋਈ ਹੋਣ ਕਰਕੇ, ਜਾਂ ਲਿਪੀ ਉਹਨਾਂ ਦੀ ਸ਼ਾਹਮੁਖੀ ਹੈ। ਪਰ ਜਦੋਂ ਕੀ ਹੈ, ਜਦੋਂ ਗੁਰੂ ਨਾਨਕ ਦੇਵ ਜੀ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੀ ਲਿਪੀ ਹੈਗੀ ਹੈ ਗੁਰਮੁਖੀ। ਗੁਰਮੁਖੀ ਦੇ ਵਿੱਚ ਆਪਾਂ ਕਿਹੜੇ ਵਰਨਮਾਲਾ ਪੜ੍ਹਦੇ ਹਾਂ? ਊੜਾ, ਐੜਾ, ਈੜੀ, ਅਤੇ ਉਸ ਦਾ ਲਾਸਟ ਜਿਹੜਾ ਮੂਲ ਜਿਹੜਾ ਪੜ੍ਹਦੇ ਆਪਾਂ ਵਰਨ, ਉਹ ਆਪਾਂ ਪੜ੍ਹਦੇ ਹਾਂ ਯਈਆ, ਰਾਰਾ, ਲੱਲਾ, ਵਾਵਾ, ਅੜਾੜਾ। ਅੜਾੜਾ ਪੜ੍ਹਦੇ ਹਾਂ ਅਤੇ ਅੜਾੜਾ ਅੱਖਰ ਹੈ ਜਿਹੜਾ, ਇਸ ਦੀ ਨਿਜਾਤ ਹੈ ਜਿਹੜੀ ਗੁਰਮੁਖੀ ਦੇ ਵਿੱਚ, ਉਹ ਕਿਹਨੇ ਕੀਤੀ ਹੈ ਜੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਇਹ ਦੋਹੜੇ ਲਿਖਿਆ ਹੋਇਆ, ਦੋਹਰੇ ਨਹੀਂ ਲਿਖਿਆ। ਦੋਹਰਾ ਛੰਦ ਹੈ, ਦੋਹੜਾ ਕਾਵ ਰੂਪ ਹੈ, ਦੋਹੜੇ ਜਿਹਨੂੰ ਕਿਹਾ ਜਾਂਦਾ ਹੈ। ਇਹਨੂੰ ਦੋਹੜਾ ਨਹੀਂ, ਹਮੇਸ਼ਾ ਹੀ ਬਹੁਵਚਨ ਰੂਪ ਦੇ ਵਿੱਚ ਪ੍ਰਚਲਨ ਹੈ ਇਹਦਾ, ਦੋਹੜੇ ਕਿਹਾ ਜਾਂਦਾ ਇਹਨੂੰ। ਦੋਹੜੇ ਅਤੇ ਡਿਓਡਾਂ ਦੀ ਰਚਨਾ ਕੀਤੀ ਹੈ। ਡਿਓਡ ਵੀ ਦੱਸ ਦੂੰਗਾ ਤੁਹਾਨੂੰ। ਡਿਓਡ ਦਾ ਵੈਸੇ ਸ਼ਾਬਦਿਕ ਅਰਥ ਬਣਦਾ ਡੇਢ। ਡਿਓਡ ਮਤਲਬ ਡੇਢ, ਡੇਢ ਸਤਰ, ਇੱਕ ਤੇ ਅੱਧੀ, ਡੇਢ। ਹਾਂਜੀ, ਸੂਫੀ ਅਨੁਭਵ ਦੇ ਵਿਚਾਰਾਂ ਦੀ ਪੇਸ਼ਕਾਰੀ, ਉਸ ਦੇ ਦੋਹੜੇ ਚੌਤੁਕੀਏ ਦਵਈਏ ਦੇ ਤੋਲ ਵਾਲੇ ਹਨ। ਆਹ ਦੇਖ ਲਓ ਜੀ, ਗੱਲ ਆ ਗਈ। ਦੋਹੜੇ ਕਿੰਨੇ ਆ ਜੀ? ਦੋਹੜੇ ਕਿਵੇਂ ਲਿਖੇ ਉਹਨੇ? 4 ਤੁਕਾਂ ਦੇ ਵਿੱਚ ਲਿਖਿਆ ਹੋਇਆ। ਇੱਕ ਬੰਦ ਦੋਹੜੇ ਦਾ 4 ਤੁਕਾਂ ਦੇ ਵਿੱਚ ਲਿਖਿਆ ਹੋਇਆ। ਆ ਹੁਣ ਜਿਵੇਂ ਲਿਖਿਆ ਤਾਂ ਦੋਹੜਾ ਹੀ ਹੈ, ਪਰ ਇਹਦੀਆਂ 2 ਹੀ ਤੁਕਾਂ ਦਿੱਤੀਆਂ ਹੋਈਆਂ। ਵੈਸੇ ਇਹ ਕੁੱਲ 4 ਤੁਕਾਂ ਦਾ ਜਿਹੜਾ ਲਿਖਿਆ ਹੋਇਆ। ਵਗ ਵਾਏ ਪਰ ਸਵਾਰਥ ਭਰੀਏ ਤੂੰ ਜਾਵੀਂ ਤਖਤ ਹਜ਼ਾਰੇ, ਆਖੀ ਯਾਰ ਰਾਂਝਣ ਨੂੰ ਮਿਲ ਕੇ ਅਸੀਂ ਤੂੰ ਕਿਉਂ ਮਨੋਂ ਵਿਸਾਰੇ। ਇਹ ਹੈ ਜਿਹੜਾ ਇਹ ਦੋਹੜੇ ਦੇ ਵਿੱਚੋਂ ਲਿਆ ਗਿਆ ਉਦਾਹਰਨ ਹੈ। ਧਿਆਨ ਰੱਖਿਓ, ਇਹ ਉਦਾਹਰਨ ਦੋਹੜੇ ਦੇ ਵਿੱਚੋਂ ਲਿਆ ਗਿਆ ਹੈ ਅਤੇ ਇਹ ਹੈਗਾ ਜੀ ਹਾਸ਼ਮ ਸ਼ਾਹ ਦੀ ਰਚਨਾ ਹੈ। ਪਰ ਇਹਦੇ ਦੋਹੜੇ ਆ ਜਿਹੜੇ, ਇਹ 4 ਤੁਕਾਂ ਦੇ ਨਾਲ ਸੰਬੰਧਿਤ ਹੈ। 4 ਤੁਕਾਂ ਦੀ ਗੱਲ ਮੈਂ ਕਿਉਂ ਵਾਰੀ ਦੱਸ ਰਿਹਾ, ਅੱਗੇ ਤੁਹਾਨੂੰ ਇੱਕ ਹੋਰ ਗੱਲ ਦੱਸੂਗਾ, ਇੱਕ ਇੰਪੋਰਟੈਂਟ ਗੱਲ। ਹੁਣ ਥੋੜ੍ਹਾ ਜਿਹਾ ਐਕਸਾਈਟਡ ਰਹੋ ਵੀ ਕਿਹੜੀ ਇੰਪੋਰਟੈਂਟ ਗੱਲ ਆ। ਬਹੁਤ ਇੰਪੋਰਟੈਂਟ ਗੱਲ ਹੈ। 4 ਤੁਕੀਏ ਦੀ ਪਹਿਲਾਂ ਗੱਲ ਰੱਖਿਓ ਵੀ 4 ਤੁਕਾਂ ਵਾਲੇ 'ਚ ਲਿਖਿਆ। ਦੂਸਰਾ, ਤੁਕਾਂ 4 ਹੈ ਹਰ ਬੰਦ ਦੀਆਂ, ਅਤੇ ਜਿਹੜਾ ਸਾਡਾ ਛੰਦ ਹੈ ਉਹ ਹੈਗਾ ਦਵਈਆ। ਦਵਈਆ ਛੰਦ ਦੀ ਮੈਂ ਤੁਹਾਨੂੰ ਗੱਲ ਕਰਤੀ ਵੀ ਪੰਜਾਬੀ ਕਿੱਸਾ ਜਗਤ ਦੇ ਵਿੱਚ ਸਭ ਤੋਂ ਪਹਿਲਾਂ ਦਵਈਆ ਛੰਦ ਵਰਤਣ ਵਾਲਾ ਕਵੀ ਦਮੋਦਰ ਹੈ, ਅਤੇ ਉਸ ਤੋਂ ਬਾਅਦ ਇਸ ਨੂੰ ਪ੍ਰਸਿੱਧੀ ਇੱਕ ਬੰਦਾ ਹੋਰ ਦਿਵਾਉਂਦਾ। ਉਹ ਕੌਣ ਹੈ? ਹਾਸ਼ਮ ਸ਼ਾਹ ਆਪ ਹੈ, ਜੋ ਆਪਣਾ ਕਿੱਸਾ ਸੱਸੀ ਪੁੰਨੂੰ ਦਵਈਆ ਛੰਦ ਦੇ ਵਿੱਚ ਲਿਖਦਾ ਹੈ। 28 ਮਾਤਰਾ ਵਾਲਾ ਛੰਦ ਹੈਗਾ। ਪਹਿਲਾ ਵਿਸ਼ਰਾਮ 16 ਤੇ, ਦੂਸਰਾ 12 ਤੇ। ਅੱਛਾ, ਹੁਣ ਦੇਖੋ ਜੀ ਅੱਗੇ। ਅਤੇ ਡਿਓਡਾਂ ਵਿੱਚ ਦਵਈਏ ਦੇ ਅੰਤ ਉੱਤੇ 8 ਸਤਰਾਂ ਵਧਾ ਕੇ ਦੋਹਰਾ ਤੁਕਾਂਤ ਮੇਲ ਕੀਤਾ ਗਿਆ ਹੈ। ਯਾਦ ਰੱਖਿਓ ਬੇਟਾ ਜੀ, ਉਹਨੇ ਕੀ ਕੀਤਾ? ਡਿਓਡ ਲਿਖਣ ਦਾ ਤਰੀਕਾ ਕੀ ਹੈ? ਦੇਖੋ, ਆਹ ਤਾਂ ਹੋ ਗਈ ਇੱਕ ਪੂਰੀ ਸਤਰ ਹੋ ਗਈ ਆਪਣੇ ਆਪ ਦੇ ਵਿੱਚ। ਉਹਨੇ ਕੀ ਕੀਤਾ? ਹਾਸ਼ਮ ਸ਼ਾਹ ਨੇ ਇਹਨਾਂ ਦੇ ਇਸ ਪੂਰੀ ਦੇ ਵਿੱਚ ਉਸ ਤੋਂ ਬਾਅਦ ਇੱਕ 8 ਸਤਰਾਂ ਹੋਰ ਲਿਖ ਦਿੱਤੀਆਂ ਕਿ 8 ਸਤਰਾਂ ਹੋਰ ਮਤਲਬ 8 ਮਾਤਰਾਵਾਂ। 8 ਸਤਰਾਂ ਮਤਲਬ 8 ਮਾਤਰਾਵਾਂ। 17 ਹੋ ਸਕਦਾ ਗਲਤ ਲਿਖਿਆ, ਕਿਉਂਕਿ ਸਤਰ ਵੈਸੇ ਤਾਂ ਲਾਈਨ ਨੂੰ ਕਹਿੰਦੇ ਆ। ਹੁਣ 8 ਲਾਈਨਾਂ ਥੋੜ੍ਹਾ ਲਿਖੀਆਂ, 8 ਮਾਤਰਾਵਾਂ ਹੋਰ ਵਧਾਤੀਆਂ ਅੱਗੇ। ਇਹਨੂੰ ਕਹਿਤਾ ਉਹਨੇ ਡਿਓਡ। ਡਿਓਡ ਮਤਲਬ ਇੱਕ ਪ੍ਰਕਾਰ ਦਾ ਛੰਦ ਹੈ। ਡਿਓਡ ਜਿਹਦੀਆਂ ਡੇਢ ਕੀ ਹੁੰਦੀਆਂ? ਡੇਢ ਮਤਲਬ 17 ਹੁੰਦੀਆਂ ਹਨ। ਇੱਕ ਪੂਰੀ ਸਤਰ ਅਤੇ ਇੱਕ ਅੱਧੀ ਸਤਰ 8 ਮਾਤਰਾਵਾਂ ਦੀ ਹੁੰਦੀ ਹੈ। ਮਤਲਬ ਕੀ ਹੈ ਵੀ ਜਿਹੜਾ ਡਿਓਡ ਛੰਦ ਹੈ, ਹੁਣ ਸੁਣ ਲਓ ਪੂਰੀ ਗੱਲ, ਧਿਆਨ ਨਾਲ ਸੁਣ ਲਓ ਦੁਬਾਰੇ। ਡਿਓਡ ਛੰਦ ਹੈ ਜਿਹੜਾ, ਉਹ ਦਵਈਏ ਛੰਦ ਤੋਂ ਉਤਪੰਨ ਹੋਇਆ ਹੈ। ਦਵਈਆ ਛੰਦ 28 ਮਾਤਰਾਵਾਂ ਵਾਲਾ ਛੰਦ ਹੈ। ਪਹਿਲਾ ਵਿਸ਼ਰਾਮ 16 ਤੇ, ਦੂਸਰਾ 12 ਤੇ। ਅਗਰ ਮੈਂ ਡਿਓਡ ਹੁਣ ਦਵਈਏ ਤੇ ਮਗਰ 8 ਮਾਤਰਾਵਾਂ ਦੀ ਕੋਈ ਹੋਰ ਸਤਰ ਲਿਖ ਦੇਵਾਂ, 8 ਮਾਤਰਾਵਾਂ, ਤਾਂ ਕੀ ਬਣ ਜੂਗਾ? ਦੇਖੋ ਜੀ, ਹੁਣ ਦੇਖੋ ਕਿਵੇਂ ਬਣੂਗਾ। ਹੁਣ ਦੇਖੋ, ਇਹ ਜਿਹੜਾ ਸਾਡਾ ਹੈਗਾ ਦਵਈਆ ਛੰਦ, ਇਹ 28 ਮਾਤਰਾਵਾਂ ਦਾ, 16 ਤੇ 12। ਇਹਦਾ ਲਿਖਣ ਦਾ ਤਰੀਕਾ ਐਵੇਂ ਹੈ। ਠੀਕ ਹੈ ਜੀ, 16 ਤੇ 12, ਪਹਿਲਾ ਵਿਸ਼ਰਾਮ 16 ਤੇ, ਦੂਸਰਾ 12 ਤੇ। ਹੁਣ ਤੁਸੀਂ ਕਹੋ ਸਰ ਜੀ ਇਹ ਦਵਈਆ ਛੰਦ ਹੈ, ਇਹਨੂੰ ਡਿਓਡ ਛੰਦ ਬਣਾ ਕੇ ਦਿਖਾਓ। ਹਾਸ਼ਮ ਸ਼ਾਹ ਨੇ ਕਿਵੇਂ ਬਣਾਇਆ? ਲਓ ਜੀ, ਬਣਾ ਦਿੰਦੇ ਹਾਂ। ਉਹਨੇ ਕੀ ਕੀਤਾ? 16 ਦੀਆਂ 16 ਰਹਿਣਤੀਆਂ, 12 ਆਹ ਤਾਂ ਇੱਕ ਪੂਰੀ ਪੰਕਤੀ ਹੋ ਗਈ, ਇੱਕ ਪੂਰੀ ਬਣਾਤੀ। ਉਸ ਤੋਂ ਬਾਅਦ ਉਹਨੇ ਪਲੱਸ ਨਾਲ ਜੋੜਤੀਆਂ 8 ਮਾਤਰਾਵਾਂ। ਆਹ ਉਹਨੇ ਬਣਾਤੀ ਅੱਧੀ, 1/2 ਲਿਖਤਾ ਮੈਂ ਇਹਦੇ ਨਾਲ। 1/2 ਮਤਲਬ ਅੱਧੀ, ਇੱਕ ਤੇ ਅੱਧੀ ਡੇਢ। ਡੇਢ ਨੂੰ ਲਿਖਤਾ ਉਹਨੇ ਡਿਓਡ, ਡਿਓਡ। ਹੁਣ ਕਿੰਨੀਆਂ ਬਣ ਗਈਆਂ? 16 ਤੇ 12 28, 28 ਤੇ 8, 8 ਤੇ 8 16, 36।
ਡਿਓਡ ਦੀਆਂ ਮਾਤਰਾਵਾਂ ਹੁੰਦੀਆਂ 36। ਮਤਲਬ ਕੀ ਹੈ ਵੀ ਡਿਓਡ ਹੈ ਜਿਹੜਾ ਉਹ 36 ਮਾਤਰਾਵਾਂ ਵਾਲਾ ਛੰਦ ਹੈ, ਜਿਹਦੇ ਵਿੱਚ ਕੀ ਹੁੰਦਾ ਦਵਈਏ ਦੇ ਅੰਤ ਵਿੱਚ 8 ਮਾਤਰਾਵਾਂ ਹੋਰ ਵਧਾ ਦਿੱਤੀਆਂ ਜਾਂਦੀਆਂ। ਬਸ ਗੱਲ ਇੰਨੀ ਹੈ। ਦੋਹਰਾ ਦੋਹਰਾ ਨਹੀਂ, ਦਵਈਆ ਤੇ ਡਿਓਡ, ਦਵਈਆ ਤੇ ਡਿਓਡ ਇਹ ਦੋਨੋਂ ਇੱਕ ਦੂਜੇ ਨਾਲ ਕਿਵੇਂ ਸੰਬੰਧਿਤ ਕਿਵੇਂ ਆ, ਕਿਉਂਕਿ ਦਵਈਏ ਤੋਂ ਹੀ ਅੱਗੇ ਡਿਓਡ ਬਣਾਇਆ ਜਾਂਦਾ ਹੈ। ਅੱਗੇ ਆ ਜੂਗਾ ਉਦਾਹਰਨ, ਫਿਰ ਕਲੀਅਰ ਹੋ ਜਾਏਗੀ, ਸਾਰੀ ਸਥਿਤੀ ਕਲੀਅਰ ਹੋ ਜਾਏਗੀ। ਮੈਂ ਮਾਤਰਾਵਾਂ ਗਿਣ ਕੇ ਵੀ ਦਿਖਾ ਦੂੰਗਾ ਤੁਹਾਨੂੰ। ਹਾਂ, ਇਹਨਾਂ ਦੋਹੜਿਆਂ ਕਰਕੇ ਉਸ ਦੇ ਦੋਹੜੇ ਬਿਰਹੋਂ ਦੇ ਤੀਬਰ ਭਾਵਾਂ ਦੀ ਪੇਸ਼ਕਾਰੀ ਕਰਦੇ ਹਨ। ਬਿਰਹੋਂ ਦਾ ਮਤਲਬ ਹੁੰਦਾ ਸ਼ਾਬਦਿਕ ਅਰਥ ਵਿਛੋੜਾ, ਬਿਰਹਾ ਵਿਛੋੜਾ। ਬਾਬੇ ਫਰੀਦ ਦਾ ਜਿਹੜਾ ਮੇਨ ਜਿਹੜਾ ਹੈਗਾ ਵਿਸ਼ਾ ਜਿਹੜਾ ਉਹ ਹੈਗਾ ਵਿਛੋੜੇ ਦਾ, ਬਾਬੇ ਫਰੀਦ ਦੀ ਬਾਣੀ ਦੇ ਵਿੱਚ। ਅਤੇ ਇਵੇਂ ਹੀ ਹਾਸ਼ਮ ਸ਼ਾਹ ਦੇ ਜਿਹੜੇ ਦੋਹੜੇ ਅਤੇ ਡਿਓਡਾਂ ਹਨ, ਉਹਨਾਂ ਦਾ ਮੂਲ ਵਿਸ਼ਾ ਕੀ ਹੈ, ਉਹਨਾਂ ਦਾ ਮੂਲ ਵਿਸ਼ਾ ਹੈਗਾ ਬਿਰਹਾ, ਬਿਰਹੋਂ ਜਿਹਦੇ 'ਚ ਲਿਖਿਆ ਜਾਂਦਾ। ਉਸ ਦੇ ਦੋਹੜਿਆਂ ਕਰਕੇ ਡਾਕਟਰ ਮੋਹਨ ਸਿੰਘ ਦੀਵਾਨਾ ਹਾਸ਼ਮ ਨੂੰ ਉਮਰ ਖਿਆਮ ਦੇ ਪੱਧਰ ਦਾ ਕਵੀ ਮੰਨਦਾ ਹੈ। ਡਾਕਟਰ ਮੋਹਨ ਸਿੰਘ ਦੀਵਾਨਾ ਨੇ ਹਾਸ਼ਮ ਸ਼ਾਹ ਦੀ ਉਪਮਾ ਉਮਰ ਖਿਆਮ ਨਾਮ ਦੇ ਇੱਕ ਸਾਹਿਤਿਆਕਾਰ, ਇੱਕ ਗਣਿਤਗਿਆ ਜਿਹਨੂੰ ਮੈਂ ਕਹਿ ਸਕਦਾ, ਮਤਲਬ ਗਣਿਤ ਦਾ ਵਿਦਵਾਨ, ਹਿਸਾਬ ਕਿਤਾਬ ਦਾ ਵਿਦਵਾਨ ਸੀਗਾ, ਇੱਕ ਫਾਰਸੀ ਦਾ ਸਾਹਿਤਕਾਰ ਸੀ ਉਮਰ ਖਿਆਮ। ਆ ਬੀਜ ਗਣਿਤ ਇਹ ਜਿਹੜੀਆਂ ਚੀਜ਼ਾਂ ਇਹਨਾਂ ਦੇ ਉੱਪਰ ਬੜਾ ਇਸ ਬੰਦੇ ਨੇ, ਉਮਰ ਖਿਆਮ ਨੇ ਬੜਾ ਵਰਕ ਕੀਤਾ ਸੀ। ਅਤੇ ਇਸ ਦੀਆਂ 4 ਤੁਕਾਂ ਵਾਲੀਆਂ ਰੁਬਾਈਆਂ ਬੜੀਆਂ ਪ੍ਰਸਿੱਧ ਸੀ। ਰੁਬਾਈ ਗਜ਼ਲ ਨੂੰ ਲਿਖਣ ਦਾ ਇੱਕ ਪ੍ਰਕਾਰ ਦਾ ਢੰਗ ਹੈ, ਗਜ਼ਲ ਲਿਖੀ ਜਾਂਦੀ ਹੈ ਇਹਦੇ ਵਿੱਚ, ਰੁਬਾਈ ਕਿਹਾ ਜਾਂਦਾ। ਰੁਬਾਈ ਦਾ ਮਤਲਬ ਹੁੰਦਾ ਇੱਕ 4 ਤੁਕਾਂ ਵਾਲਾ ਇੱਕ ਪਦ, ਮਤਲਬ ਜਿਹਦੀਆਂ 4 ਤੁਕਾਂ ਹੋਣ। ਅੱਛਾ, ਇਹਦੇ ਜਿਹੜੇ ਹੁਣ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਸੀ ਵੀ 4 ਤੁਕਾਂ ਦੀ ਗੱਲ ਕਿਉਂ ਚੇਤੇ ਰੱਖਣੀ ਹੈ ਤੁਸੀਂ, ਹਾਸ਼ਮ ਸ਼ਾਹ ਦੇ ਦੋਹੜੇ ਹਨ ਜਿਹੜੇ, ਉਹਨਾਂ ਦੇ ਵਿੱਚ 4 ਤੁਕਾਂ ਦਾ ਨਿਭਾ ਕੀਤਾ ਗਿਆ ਹੈ। ਹਰ ਪਦ ਜਾਂ ਹਰ ਬੰਦ ਦੇ ਵਿੱਚ 4 ਤੁਕਾਂ ਰੱਖੀਆਂ ਗਈਆਂ ਹਨ। ਇਹਦਾ ਮਤਲਬ ਕੀ ਹੈ ਕਿ ਡਾਕਟਰ ਦੀਵਾਨਾ ਉਸ ਦੇ ਪਹਿਲਾਂ ਤਾਂ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ। ਦੇਖੋ ਪ੍ਰਸ਼ਨ ਦੇਖੋ ਕਿੰਨੇ ਨਿਕਲਦੇ ਆ। ਡਾਕਟਰ ਮੋਹਨ ਸਿੰਘ ਦੀਵਾਨਾ ਹਾਸ਼ਮ ਸ਼ਾਹ ਦੀ ਉਪਮਾ ਜਿਹੜੀ ਉਹ ਕਿਹਦੇ ਨਾਲ ਕਰਦਾ ਹੈ, ਉਮਰ ਖਿਆਮ ਦੇ ਨਾਲ। ਕਿਸ ਕਾਰਨ, ਕਿਹੜੀ ਰਚਨਾ ਕਰਕੇ, ਦੋਹੜਿਆਂ ਕਰਕੇ। ਧਿਆਨ ਰੱਖਿਓ, ਡਿਓਡਾਂ ਕਰਕੇ ਨਹੀਂ। ਮੰਨ ਲਓ ਪ੍ਰਸ਼ਨ ਇਸ ਤਰ੍ਹਾਂ ਦਾ ਪਾ ਦੇਵੇ ਵੀ ਕਿਸ ਰਚਨਾ ਦੇ ਕਾਰਨ ਡਾਕਟਰ ਮੋਹਨ ਸਿੰਘ ਦੀਵਾਨਾ ਹਾਸ਼ਮ ਸ਼ਾਹ ਨੂੰ ਉਮਰ ਖਿਆਮ ਦੇ ਪੱਧਰ ਦਾ ਕਵੀ ਮੰਨਦਾ ਹੈ। ਉਹਦੇ ਵਿੱਚ ਆਪਸ਼ਨ ਪਾ ਦੇਵੇ ਵੀ ਡਿਓਡਾਂ ਦੇ ਕਾਰਨ, ਦੋਹੜਿਆਂ ਦੇ ਕਾਰਨ, ਜਾਂ ਕਿਸੇ ਦੀ ਰਚਨਾ ਦੇ ਕਾਰਨ, ਜਾਂ ਸੂਫੀ ਰਚਨਾ ਦੇ ਕਾਰਨ। ਤਾਂ ਉਹਦੇ ਵਿੱਚ ਉੱਤਰ ਕੀ ਆਊਗਾ, ਦੇਖ ਲਓ 11ਵੀਂ ਵਾਲੀ ਪੁਸਤਕ ਦੇ ਵਿੱਚ ਦੋਹੜਿਆਂ ਦੇ ਕਰਕੇ ਡਾਕਟਰ ਮੋਹਨ ਸਿੰਘ ਦੀਵਾਨਾ ਹਾਸ਼ਮ ਨੂੰ ਉਮਰ ਖਿਆਮ ਦੇ ਪੱਧਰ ਦਾ ਕਵੀ ਮੰਨਦਾ ਹੈ। ਐਲਜੇਬਰਾ ਜਿਹੜਾ ਗਣਿਤ ਦੇ ਵਿੱਚ ਹੁੰਦਾ, ਥੋੜ੍ਹਾ ਬਹੁਤਾ ਗਣਿਤ ਮੈਂ ਵੀ ਪੜ੍ਹਿਆ, ਮੇਰੇ ਕੋਲ ਵੀ +2 ਦੇ ਵਿੱਚ ਨਾਨ ਮੈਡੀਕਲ ਸਾਇੰਸ ਹੁੰਦੀ ਸੀ ਅਤੇ ਮੈਂ ਵੀ ਥੋੜ੍ਹਾ ਬਹੁਤਾ ਜਾਣਦਾ। ਇਸ ਕਰਕੇ ਮੈਂ ਵੀ ਥੋੜ੍ਹੀ ਜਿਹੀ ਖੋਜ ਸਰਚ ਕੀਤੀ ਉਮਰ ਖਿਆਮ ਦੇ ਉੱਪਰ, ਤਾਂ 2 ਮਹੱਤਵਪੂਰਨ ਗੱਲਾਂ ਇਹਦੀਆਂ ਨਿਕਲ ਕੇ ਸਾਹਮਣੇ ਆਈਆਂ। ਇੱਕ ਤਾਂ ਹਿਸਾਬ ਕਿਤਾਬ ਦੇ ਵਿੱਚ ਬੜਾ ਐਕਸਪਰਟ ਸੀ, ਮਤਲਬ ਹਿਸਾਬ ਕਿਤਾਬ ਦਾ ਮਤਲਬ ਗਣਿਤ ਦੇ ਵਿੱਚ ਮੈਥਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅਤੇ ਦੂਸਰੀ ਗੱਲ, ਇਹਦੇ 4 ਤੁਕਾਂ ਵਾਲੀਆਂ ਰੁਬਾਈਆਂ ਬੜੀਆਂ ਪ੍ਰਸਿੱਧ ਸੀ। ਇਹਦੀਆਂ 4 ਤੁਕਾਂ ਵਾਲੀਆਂ ਰੁਬਾਈਆਂ ਦੇ ਕਾਰਨ ਇਹਦੇ ਦੋਹੜਿਆਂ ਦੀਆਂ ਵੀ ਰੁਬਾਈਆਂ, ਇਹਦੇ ਜਿਹੜੇ ਹਾਸ਼ਮ ਸ਼ਾਹ ਦੇ ਜਿਹੜੇ ਦੋਹੜੇ ਆ ਉਹਨਾਂ ਦੇ ਵਿੱਚ ਵੀ 4 ਤੁਕਾਂ ਬਣਾਈਆਂ ਗਈਆਂ, 4 ਤੁਕਾਂ ਦੇ ਵਿੱਚ ਲਿਖੇ ਗਏ ਆ। ਅਤੇ ਉਮਰ ਖਿਆਮ ਹੈ ਜਿਹੜਾ ਉਹ ਵੀ ਆਪਣੀਆਂ ਰੁਬਾਈਆਂ ਦੇ ਵਿੱਚ 4 ਤੁਕਾਂ ਲਿਖਦਾ ਹੈ। ਇਸ ਕਰਕੇ ਡਾਕਟਰ ਮੋਹਨ ਸਿੰਘ ਦੀਵਾਨਾ ਜਿਹੜਾ ਹਾਸ਼ਮ ਸ਼ਾਹ ਦੇ ਦੋਹੜਿਆਂ ਦੇ ਕਾਰਨ, ਦੋਹੜਿਆਂ ਦੀ ਰਚਨਾ ਦੇ ਕਾਰਨ ਉਸ ਨੂੰ ਉਮਰ ਖਿਆਮ ਦੇ ਪੱਧਰ ਦਾ ਕਵੀ ਮੰਨਦਾ। ਉਸ ਦੀ ਉਪਮਾ ਉਮਰ ਖਿਆਮ ਦੇ ਨਾਲ ਕਰਦਾ, ਜੋ ਫਾਰਸੀ ਦਾ ਪ੍ਰਸਿੱਧ ਸਾਹਿਤਕਾਰ ਸੀ। ਅੱਗੇ ਦੇਖੋ ਜੀ, ਹੁਣ ਅਗਲਾ ਜਿਹੜਾ ਪੰਕਤੀ ਆ ਉਹਦੇ ਵਿੱਚ ਬੜੀ ਇੰਪੋਰਟੈਂਟ ਗੱਲ ਹੈ। ਇਹਨੇ ਕੀ ਕੀਤਾ ਹੈ, ਹਾਸ਼ਮ ਸ਼ਾਹ ਨੇ ਆਪਣੇ ਦੋਹੜਿਆਂ ਦੇ ਵਿੱਚ ਹੀਰ ਰਾਂਝੇ ਦੀ ਕਥਾ ਨੂੰ ਪ੍ਰਤੀਕ ਵਜੋਂ ਵਰਤਿਆ ਹੈ। ਧਿਆਨ ਰੱਖਿਓ, ਹੀਰ ਰਾਂਝੇ ਦੀ ਕਥਾ ਨੂੰ ਪ੍ਰਤੀਕ ਵਜੋਂ। ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀਗੀ ਕਿ ਕਵੀ ਆਪਣੀ ਗੱਲ ਜਦੋਂ ਕਿਸੇ ਤੱਕ ਪਹੁੰਚਾਉਣ ਨੂੰ ਅਸਮਰਥ ਰਹਿੰਦਾ। ਜਦੋਂ ਕਵੀ ਨੂੰ ਪਤਾ ਲੱਗ ਜੇ ਵੀ ਆਹ ਗੱਲ ਮੈਂ ਕਿਸੇ ਤੱਕ ਨਹੀਂ ਕਰ ਸਕਦਾ, ਫਿਰ ਕਵੀ ਲੈਂਦਾ ਹੈ ਸ਼ਬਦ ਚਿੱਤਰਾਂ ਦਾ ਸਹਾਰਾ, ਫਿਰ ਕਵੀ ਲੈਂਦਾ ਸਹਾਰਾ ਬਿੰਬਾਂ ਦਾ, ਫਿਰ ਕਵੀ ਪ੍ਰਤੀਕਾਂ ਦਾ ਸਹਾਰਾ ਲੈ ਕੇ ਗੱਲ ਕਰਦਾ। ਹੁਣ ਇੱਥੇ ਕਵੀ ਨੇ ਕੀ ਕੀਤਾ, ਕਵੀ ਨੇ ਆਪਣੇ ਰੱਬ ਨੂੰ ਪੁਕਾਰਿਆ ਹਾਸ਼ਮ ਸ਼ਾਹ ਨੇ, ਕਿਉਂਕਿ ਇਹ ਸੂਫੀ ਕਾਵ ਹੈ। ਇੱਥੇ ਹੁਣ ਸੂਫੀ ਕਾਵ ਦਾ ਤਾਂ ਮਤਲਬ ਹੀ ਹੈ ਵੀ ਜਿਹੜਾ ਆਖਰੀ ਹੈ ਜਿਹੜਾ ਉਹ ਰੱਬ ਦੇ ਵਿੱਚ ਇੱਕ ਮਿਕਤਾ, ਰੱਬ ਦੇ ਵਿੱਚ ਭੇਤ ਹੋ ਜਾਣਾ, ਅੰਤ ਦੇ ਵਿੱਚ
ਆਪਣੇ ਆਪ ਨੂੰ ਮਤਲਬ ਉਹ ਜਿਵੇਂ ਜਿਵੇਂ ਉਹ ਮਨਸੂਰ ਜਿਹੜਾ ਸੀਗਾ ਪ੍ਰਸਿੱਧ ਸੂਫੀ ਕਵੀ, ਤੇ ਉਹਨੇ ਅਨਲ ਹੱਕ ਦਾ ਨਾਅਰਾ ਮਾਰ ਦਿੱਤਾ ਸੀਗਾ। ਜਦੋਂ ਉਹ ਆਪਣੇ ਆਖਰੀ ਪੜਾਵ 'ਤੇ ਪਹੁੰਚਿਆ ਤਾਂ ਉਸ ਤੋਂ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਮੈਂ ਰੱਬ ਦੇ ਵਿੱਚ ਹੀ ਮਤਲਬ ਉਹ ਇੰਨਾ ਲੀਨ ਹੋ ਗਿਆ ਵੀ ਉਹਨੇ ਕਿਹਾ ਆਪਣੇ ਆਪ ਨੂੰ ਕਿ ਮੈਂ ਹੀ ਰੱਬ ਹਾਂ। ਅਨਲ ਹੱਕ ਦਾ ਸ਼ਾਬਦਿਕ ਅਰਥ ਹੁੰਦਾ ਮੈਂ ਹੀ ਰੱਬ ਹਾਂ, ਅਤੇ ਇਸ ਕਰਕੇ ਉਸ ਨੂੰ ਫਾਂਸੀ 'ਤੇ ਟੰਗ ਦਿੱਤਾ ਗਿਆ ਸੀ ਵੀ ਇਹ ਗਲਤ ਕਹਿੰਦਾ। ਹਾਲਾਂਕਿ ਉਹ ਸਹੀ ਕਹਿੰਦਾ ਸੀ, ਕਿਉਂਕਿ ਸੂਫੀਆਂ ਦਾ ਆਖਰੀ ਪੜਾਅ ਹੀ ਇਹ ਹੈ ਜਿਹਨੂੰ ਆਪਾਂ ਹਕੀਕਤ ਕਹਿ ਦਿੰਦੇ ਹਾਂ। ਸ਼ਰੀਅਤ, ਤਰੀਕਤ, ਮਾਰਫਤ ਅਤੇ ਹਕੀਕਤ ਚੌਥਾ ਪੜਾਅ ਹੈ ਜਿਹੜਾ, ਅਤੇ ਉਹਦੇ ਵਿੱਚ ਹਕੀਕਤ ਦਾ ਮਤਲਬ ਕੀ ਹੈ ਵੀ ਰੱਬ ਦੇ ਵਿੱਚ ਹੀ ਅੰਤ ਨੂੰ ਆਪਾਂ ਮਿਲ ਜਾਣਾ ਹੈ। ਅੰਤ ਨੂੰ ਜਿਹੜਾ ਅਖੀਰ ਹੈ ਜਿਹੜਾ, ਇਹ ਸੂਫੀ ਕਾਵ ਦਾ ਇੱਕ ਸਿਧਾਂਤ ਹੈ ਆਖਰੀ। ਅਤੇ ਇਹ ਜਿਹੜਾ ਆਪਣੇ ਉਹ ਜਿਹੜਾ ਸੀਗਾ ਪ੍ਰਸਿੱਧ ਜਿਹੜਾ ਮਨਸੂਰ ਸੀ ਸੂਫੀ ਕਵੀ, ਅਤੇ ਉਹਨੇ ਆਖਿਰ ਦੇ ਵਿੱਚ ਕਿਹਾ ਵੀ ਅਨਲ ਹੱਕ ਵੀ ਮੈਂ ਹੀ ਰੱਬ ਹਾਂ, ਕਿਉਂਕਿ ਉਹ ਰੱਬ ਦੇ ਵਿੱਚ ਇੱਕਮਿਕ ਹੋ ਗਿਆ, ਕੋਈ ਭੇਤ ਨਹੀਂ ਰਹਿ ਗਿਆ ਉਹਦੇ ਵਿੱਚ ਅਤੇ ਰੱਬ ਵਿੱਚ, ਅਤੇ ਇਸ ਕਰਕੇ ਉਸ ਨੂੰ ਫਾਂਸੀ 'ਤੇ ਚਾੜ੍ਹ ਦਿੱਤਾ ਗਿਆ ਸੀ। ਹੁਣ ਦੇਖੋ ਜੀ ਗੱਲ ਕਰੀਏ ਆਪਾਂ, ਹੁਣ ਕਵੀ ਹਾਸ਼ਮ ਸ਼ਾਹ ਹੈ ਜਿਹੜਾ ਉਹ ਪਰਮਾਤਮਾ ਦੀ ਗੱਲ ਕਰਦਾ ਹੈ। ਪ੍ਰਤੀਕ ਕਿਹਨੂੰ ਵਰਤਦਾ ਹੈ? ਪ੍ਰਤੀਕ ਉਹ ਜਿਹੜਾ ਦੋ ਦੁਨਿਆਵੀ ਰਿਸ਼ਤਿਆਂ ਦੀ, ਹੀਰ ਅਤੇ ਰਾਂਝੇ ਦੀ ਕਥਾ ਨੂੰ ਪ੍ਰਤੀਕ ਨੂੰ ਆਧਾਰ ਬਣਾ ਕੇ ਆਪਣੀ ਗੱਲ ਨੂੰ ਰੱਬ ਤੱਕ ਪਹੁੰਚਾਉਣ ਦਾ ਯਤਨ ਕਰਦਾ। ਦੇਖ ਲਓ ਕਿਵੇਂ ਉਦਾਹਰਨ ਲਿਖਿਆ, ਵਗ ਵਾਏ ਪਰ ਸਵਾਰਥ ਭਰੀਏ ਤੂੰ ਜਾਵੀਂ ਤਖਤ ਹਜ਼ਾਰੇ। ਵਗ ਵਾਏ, ਵਾਏ ਮਤਲਬ ਹਵਾ, ਪਰ ਸਵਾਰਥ ਮਤਲਬ ਕਿਸੇ ਦਾ ਸਵਾਰਥ। ਤੂੰ ਜਾਵੀਂ ਤਖਤ ਹਜ਼ਾਰੇ, ਸ਼ਬਦਾਂ 'ਤੇ ਧਿਆਨ ਦਿਆ ਕਰੋ ਥੋੜ੍ਹਾ ਜਿਹਾ, ਬਸ ਇੰਨੇ ਨਾਲ ਹੀ ਸਮਝ ਆ ਜਾਂਦੀ ਹੈ ਵੀ ਕਵੀ ਕਹਿਣਾ ਕੀ ਚਾਹੁੰਦਾ। ਆਖੀਂ ਯਾਰ ਰਾਂਝਣ ਨੂੰ ਮਿਲ ਕੇ ਅਸੀਂ ਤੂੰ ਕਿਉਂ ਮਨੋ ਵਿਸਾਰੇ। ਲਓ ਜੀ ਗੱਲ ਹੋ ਗਈ ਕਲੀਅਰ। ਉਸ ਦੇ ਦੋਹੜੇ ਸਰੋਦੀ ਕਾਵ ਦੇ ਸ੍ਰੇਸ਼ਟ ਨਮੂਨੇ ਹਨ। ਦੋਹੜਿਆਂ ਦੀਆਂ ਵਿਸ਼ੇਸ਼ਤਾਵਾਂ ਅਗਲੀਆਂ ਦੋ ਪੰਕਤੀਆਂ ਦੇ ਵਿੱਚ ਦਿੱਤੀਆਂ ਹੋਈਆਂ ਵੀ ਦੋਹੜਿਆਂ ਦੇ ਵਿੱਚ ਕਿਹੜੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹਨ। ਦੋਹੜੇ ਹੈਗੇ ਆ ਸਰੋਦੀ ਕਾਵ ਦੇ ਸ੍ਰੇਸ਼ਟ ਨਮੂਨੇ। ਸਰੋਦੀ ਦਾ ਸ਼ਾਬਦਿਕ ਅਰਥ ਹੁੰਦਾ ਹੈ ਗਾਏ ਜਾਣ ਨਾਲ ਸੰਬੰਧਿਤ, ਜਿਹੜੀ ਕਵਿਤਾ ਨੂੰ ਪੜ੍ਹਿਆ ਵੀ ਜਾ ਸਕੇ ਅਤੇ ਗਾਇਆ ਵੀ ਜਾ ਸਕੇ, ਕਿਉਂਕਿ ਪੜ੍ਹਨ ਦਾ ਸੰਬੰਧ ਸਾਡਾ ਸਿੱਧਾ ਸਾਡੀ ਜ਼ੁਬਾਨ ਦੇ ਨਾਲ ਹੈ, ਪਰ ਗਾਉਣ ਦਾ ਸੰਬੰਧ ਹੈ ਜਿਹੜਾ ਉਹ ਬੇਟਾ ਜੀ ਸੰਗੀਤ ਦੇ ਨਾਲ ਹੈ। ਇਸ ਕਰਕੇ ਇਸ ਤਰ੍ਹਾਂ ਦੀ ਰਚਨਾ ਹੈ ਦੋਹੜੇ ਹਾਸ਼ਮ ਸ਼ਾਹ ਦੇ, ਜਿਨ੍ਹਾਂ ਦੇ ਜਿਹੜੇ ਸਰੋਦੀ ਕਾਵ ਦਾ ਸ੍ਰੇਸ਼ਟ ਨਮੂਨਾ ਹਨ। ਸਰੋਦੀ ਕਾਵ, ਸਰੋਦੀ ਮਤਲਬ ਗਾਏ ਜਾਣ ਨਾਲ ਸੰਬੰਧਿਤ, ਮਤਲਬ ਹਾਸ਼ਮ ਸ਼ਾਹ ਦੇ ਦੋਹੜੇ ਹਨ ਜਿਹੜੇ ਉਹਨਾਂ ਨੂੰ ਅੱਜ ਕੱਲ੍ਹ ਜਾਂ ਕੋਈ ਹੋਰ ਪਹਿਲਾਂ ਵਾਲੇ ਜਿਹੜੇ ਕੋਈ ਕਵੀ ਜਾਂ ਕੋਈ ਗੀਤਕਾਰ ਹੋਏ ਆ ਜਿਹੜੇ ਉਹ ਇਹਨਾਂ ਦੋਹੜਿਆਂ ਦੇ ਆਧਾਰ 'ਤੇ ਆਪਣੀ ਰਚਨਾ, ਜਾਂ ਕਿਉਂਕਿ ਕਹਿ ਦਿੰਦੇ ਆ ਨਾ ਵੀ ਥੋੜ੍ਹੀ ਬਹੁਤੀ ਜਿਵੇਂ ਉਸ ਦੀ ਕਾਪੀ ਕਰਕੇ ਜਾਂ ਹੂ ਬਹੂ ਉਸ ਨੂੰ ਗਾਉਣਾ, ਇਹ ਹੈ ਜਿਹੜਾ ਇਹ ਪ੍ਰਚਲਨ ਦੇ ਵਿੱਚ ਰਿਹਾ। ਹਾਸ਼ਮ ਸ਼ਾਹ ਦੇ ਦੋਹੜੇ ਗਾਇਕੀ ਦੇ ਵਿੱਚ ਪ੍ਰਸਿੱਧ ਰਹੇ ਹੋਏ ਆ। ਅੱਗੇ ਦੇਖੋ ਜੀ, ਸੰਖੇਪਤਾ ਦੋਹੜਿਆਂ ਦੇ ਵਿੱਚ, ਸੰਖੇਪਤਾ ਦਾ ਮਤਲਬ ਹੁੰਦਾ ਆਪਣੀ ਗੱਲ ਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ ਕਹਿ ਜਾਣਾ, ਉਹਨੂੰ ਕਿਹਾ ਜਾਂਦਾ ਸੰਖੇਪਤਾ। ਸੰਗੀਤਾਤਮਕਤਾ ਗੱਲ ਹੋ ਗਈ, ਕਿਉਂਕਿ ਅਗਰ ਸਰੋਦੀ ਕਾਵ ਹੈ ਤਾਂ ਸੰਗੀਤਾਤਮਕਤਾ ਆਪਣੇ ਆਪ ਹੀ ਵਿੱਚ ਆ ਜਾਊਗੀ। ਸਰੋਦੀ ਮਤਲਬ ਗਾਏ ਜਾਣ ਨਾਲ ਸੰਬੰਧਿਤ, ਅਤੇ ਗਾਉਣਾ ਕਦੋਂ ਹੁੰਦਾ? ਜਦੋਂ ਵਿੱਚ ਸੰਗੀਤ ਹੋਵੇ। ਆਤਮ ਅਨੁਭਵ, ਸਰਲ ਅਤੇ ਸੁਬੋਧ ਭਾਸ਼ਾ ਉਸ ਦੇ ਦੋਹੜਿਆਂ ਦੇ ਵਿਸ਼ੇਸ਼ ਗੁਣ ਹਨ। ਧਿਆਨ ਰੱਖਿਓ ਦੋਹੜਿਆਂ ਦੇ ਗੁਣਾਂ ਦੇ। ਉਹ ਦੀਪਕ ਤੇ ਪਰਵਾਨੇ ਵਾਂਗ ਆਪਣੀ ਹਾਲਤ ਇੰਜ ਬਿਆਨ ਕਰਦਾ ਹੈ। ਲਓ ਜੀ, ਦੋਹੜਿਆਂ ਦਾ ਇੱਕ ਉਦਾਹਰਣ ਹੋਰ ਆ ਗਿਆ, ਦੀਪਕ ਅਤੇ ਪਰਵਾਨੇ ਦੀ ਤੁਲਨਾ ਵੀ ਕੀਤੀ ਹੈ। ਪਰਵਾਨਾ ਜਿਹੜਾ ਹੁੰਦਾ ਮਤਲਬ ਉਹ ਜਿਹੜਾ ਪਤੰਗਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਦੂਸਰੇ ਸ਼ਬਦਾਂ ਦੇ ਵਿੱਚ, ਉਹ ਮਤਲਬ ਕੀ ਆ ਵੀ ਹਨੇਰੇ ਦੇ ਵਿੱਚ ਕਿਤੇ ਵੀ ਫਿਰਦਾ ਹੋਏ ਉਹਨੇ ਭੱਜ ਕੇ ਚਾਨਣ ਵੇਖਣਾ, ਉਹਨੇ ਚਾਨਣ ਵੇਖਣਾ, ਚਾਹੇ ਕੋਈ ਲਾਈਟ ਜਗਦੀ ਹੈ ਜਾਂ ਕੋਈ ਦੀਵਾ ਜਗਦਾ ਹੈ ਜਾਂ ਕੋਈ ਅੱਗ ਬਲ ਰਹੀ ਹੈ, ਉਹਨੇ ਭੱਜ ਕੇ ਵਿੱਚ ਵੱਜਣਾ ਉਹਦੇ, ਚਾਹੇ ਕੁਛ ਵੀ ਹੋ ਜਾਏ ਉਹਦੇ ਨਾਲ, ਚਾਹੇ ਉਹ ਮਰ ਜਾਵੇ, ਜਲ ਜਾਵੇ, ਉਸ ਨੂੰ ਕੋਈ ਚਿੰਤਾ ਨਹੀਂ ਹੁੰਦੀ। ਪਰਵਾਨਾ ਜਿਹਨੂੰ ਆਪਾਂ ਕਹਿ ਦਿੰਦੇ ਪਤੰਗਾ, ਸੁਣਿਆ ਹੋਇਆ ਤੁਸੀਂ ਦੀਪਕ ਅਤੇ ਪਤੰਗਾ, ਇਹ ਦੋਨਾਂ ਦਾ ਅਕਸਰ ਹੀ ਮਤਲਬ ਇੱਕ ਉਦਾਹਰਣ ਹੈ ਜਿਹੜੀ ਮਿਲ ਜਾਂਦੀ ਹੈ ਤੁਹਾਨੂੰ, ਖਾਣਿਆਂ ਦੇ ਵਿੱਚ ਵੀ ਮਿਲ ਜਾਂਦੀ ਹੈ, ਕੋਈ ਲਿਟਰੇਚਰ ਪੜ੍ਹ ਰਹੇ ਹੋ ਉਹਦੇ ਵਿੱਚ ਵੀ ਆ ਜਾਂਦੀ ਹੈ, ਕੋਈ ਸਧਾਰਨ ਕੋਈ ਚੀਜ਼ ਪੜ੍ਹ ਰਹੇ ਹੋ ਕਈ ਵਾਰੀ ਮਿਲ ਜਾਂਦੀ ਹੈ। ਹਾਂਜੀ, ਤਨ ਦੀ ਚਿਖਾ ਬਣਾਵੇ ਦੀਪਕ ਤਾਂ ਆਣ ਜਲਣ ਪਰਵਾਨੇ, ਭਾਂਬੜ ਹੋਰ ਹਜ਼ਾਰਾਂ ਦਿਸਦੇ ਪਰ ਉਸ ਪਤੰਗ ਦੀਵਾਨੇ, ਆਪਣਾ ਆਪ ਬਣਾਵੇ ਕੋਲੇ ਸੋ ਕਰੇ ਕਬਾਬ ਬੇਗਾਨੇ, ਹਾਸ਼ਮ ਰਾਹ ਦਿਲਾਂ ਦੀ ਦਿਲ ਵਿੱਚ ਹੋਰ ਜਾਦੂ ਸਿਹਰ ਬਹਾਨੇ। ਰੱਖਿਓ ਧਿਆਨ ਇਸ ਨੂੰ, ਇਹ ਦੋਹੜਾ ਲਿਖਿਆ ਗਿਆ ਅਤੇ ਇਹਦੇ ਵਿੱਚ ਦੇਖ ਲਓ ਬੇਟਾ ਜੀ, ਛੰਦ ਹੈ ਜਿਹੜਾ ਉਹ ਦਵਈਏ ਛੰਦ ਦੀ ਵਰਤੋਂ ਹੋਈ ਹੈ। ਬਸ ਜੀ ਹੋ ਗਿਆ ਆਪਣਾ। ਬਾਕੀ ਤਾਂ ਹਾਸ਼ਮ ਸ਼ਾਹ ਤੋਂ ਬਾਅਦ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਆ ਮੁਹੰਮਦ ਦੀਨ, ਮੁਹੰਮਦ ਅਸ਼ਰਫ, ਹਦਾਇਤੁੱਲਾ, ਮਸਤਕ ਮੀਆਂ ਬਖਸ਼, ਨੌਰੇਜ, ਇਸ ਤਰ੍ਹਾਂ ਦੇ ਕਵੀ ਹੁੰਦੇ ਆ। ਛੱਡੋ ਇਹਨਾਂ ਨੂੰ, ਆਪਣੇ ਪੜ੍ਹਨ ਦੀ ਚੀਜ਼ ਹੀ ਹੈ ਨਹੀਂ। ਆਪਣੇ ਪੜ੍ਹਨ ਦਾ ਜਿਹੜਾ ਸੀਗਾ ਮੇਨ ਉਹ ਸੀਗਾ ਹਾਸ਼ਮ ਸ਼ਾਹ ਕਵੀ ਸੀਗਾ। ਵੈਸੇ ਪੜ੍ਹ ਲਿਓ ਉਹਨਾਂ ਨੂੰ, ਤੁਹਾਡੇ ਕੰਮ ਆਉਣਗੇ, ਕਿਉਂਕਿ ਕਿਤੇ ਨਾ ਕਿਤੇ ਪਤਾ ਕੋਈ ਨਹੀਂ ਐਗਜ਼ਾਮੀਨਰ ਦਾ ਐਵੇਂ ਕੁਛ ਵੀ ਪੁੱਛੀ ਖੜਾ ਹੋਵੇ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਹਾਸ਼ਮ ਸ਼ਾਹ ਦੇ ਬਾਰੇ ਕੁਝ ਮਹੱਤਵਪੂਰਨ ਗੱਲਾਂ ਦੀ। ਲਓ ਜੀ, ਆ ਗਿਆ ਜੀ ਹਾਸ਼ਮ ਸ਼ਾਹ।
ਹਾਸ਼ਮ ਸ਼ਾਹ ਦਾ ਜਨਮ ਜਗਦੇਓ ਕਲਾਂ ਦੇ ਵਿੱਚ ਤੁਸੀਂ ਪੜ੍ਹਿਆ, ਠੀਕ ਹੈ, ਗੱਲ ਕਲੀਅਰ ਹੈ। ਪਰ ਡਾਕਟਰ ਹਰਨਾਮ ਸਿੰਘ ਸ਼ਾਨ, ਲਓ ਜੀ, ਡਾਕਟਰ ਹਰਨਾਮ ਸਿੰਘ ਸ਼ਾਨ ਨੇ ਬੜੀ ਸ਼ਾਨ ਦੇ ਨਾਲ ਇੱਕ ਗੱਲ ਕਹੀ। ਕੀ ਕਹਿੰਦਾ ਜੀ? ਇਸ ਦਾ ਜਨਮ ਮਦੀਨਾ ਸ਼ਰੀਫ ਦੇ ਵਿੱਚ ਹੋਇਆ। ਗੱਲ ਰੱਖਿਓ ਧਿਆਨ। ਵੈਸੇ ਇਹ ਸਾਰੇ ਜਿਹੜੇ ਜਿੰਨੇ ਵੀ ਆਲੋਚਕ ਹੋਏ ਆ, ਜਿੰਨੇ ਵੀ ਲੇਖਕ ਹੋਏ ਆ, ਉਹਨਾਂ ਸਾਰਿਆਂ ਨੇ ਕੀ ਕੀਤਾ ਹੈ? ਹਾਸ਼ਮ ਸ਼ਾਹ ਦਾ ਜਨਮ ਹੈ ਜਿਹੜਾ ਉਹ ਪਿੰਡ ਜਗਦੇਓ ਕਲਾਂ ਦੇ ਵਿੱਚ ਮੰਨਿਆ ਹੈ। ਪਰ ਡਾਕਟਰ ਹਰਨਾਮ ਸਿੰਘ ਸ਼ਾਨ ਕਹਿੰਦਾ ਨਾ ਜੀ ਨਾ, ਕਹਿੰਦਾ ਜਨਮ ਕਿੱਥੇ ਹੋਇਆ? ਮਦੀਨਾ ਸ਼ਰੀਫ ਦੇ ਵਿੱਚ ਹੋਇਆ। ਰੱਖਿਓ ਧਿਆਨ ਵੀ ਡਾਕਟਰ ਹਰਨਾਮ ਸਿੰਘ ਸ਼ਾਨ ਦੇ ਅਨੁਸਾਰ ਹਾਸ਼ਮ ਸ਼ਾਹ ਦਾ ਜਨਮ ਕਿੱਥੇ? ਪ੍ਰਸ਼ਨ ਕਿਵੇਂ ਬਣਦਾ ਦੇਖੋ। ਡਾਕਟਰ ਹਰਨਾਮ ਸਿੰਘ ਸ਼ਾਨ ਦੇ ਅਨੁਸਾਰ ਹਾਸ਼ਮ ਸ਼ਾਹ ਦਾ ਜਨਮ ਕਿੱਥੇ ਹੋਇਆ? ਤਾਂ ਜਨਮ ਉਹਨੇ ਸਭ ਤੋਂ ਪਹਿਲਾਂ ਕੀ ਲਿਖਣਾ ਉੱਤੇ? ਜਗਦੇਓ ਕਲਾਂ। ਤੇ ਤੁਸੀਂ ਭੱਜ ਕੇ ਕਰਾਉਣਾ ਹਾਂਜੀ ਜਗਦੇਓ ਕਲਾਂ ਸਹੀ ਹੈ ਜੀ। ਪਰ ਡਾਕਟਰ ਹਰਨਾਮ ਸਿੰਘ ਸ਼ਾਨ ਦੇ ਅਨੁਸਾਰ ਜਨਮ ਹੈ ਜਿਹੜਾ ਉਹ ਮਦੀਨਾ ਸ਼ਰੀਫ ਦੇ ਵਿੱਚ ਹੋਇਆ। ਧਿਆਨ ਰੱਖਿਓ, ਇਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ। ਲਓ ਜੀ, ਗੱਲ ਆ ਗਈ ਡਾਕਟਰ ਰਤਨ ਸਿੰਘ ਜੱਗੀ ਦੀ। ਹਾਸ਼ਮ ਦੇ ਕਿੱਸਿਆਂ ਵਿੱਚ ਵਿਯੋਗ ਦੀ ਜਿਸ ਪੀੜ ਅਤੇ ਸੋਝ ਦਾ ਨਜ਼ਾਰਾ ਹੁੰਦਾ ਹੈ, ਉਹ ਅਸਲੋਂ ਸੰਸਾਰਿਕ ਪ੍ਰੇਮ ਕਹਾਣੀਆਂ ਰਾਹੀਂ ਸੂਫੀ ਅਨੁਭਵ ਦਾ ਚਿੱਤਰਣ ਹੈ। ਕਿਉਂਕਿ ਹਾਸ਼ਮ ਸ਼ਾਹ ਨੇ ਆਪਣੇ ਦੋਹੜਿਆਂ ਦੇ ਵਿੱਚ ਸੰਸਾਰਿਕ ਪ੍ਰੇਮ ਕਹਾਣੀਆਂ ਦਾ ਬੜੇ ਉਦਾਹਰਨ ਲਏ। ਹੀਰ ਰਾਂਝੇ ਦੀ, ਲੈਲਾ ਮਜਨੂ ਦਾ ਵੀ ਉਦਾਹਰਨ ਲਿਆ ਹਾਸ਼ਮ ਸ਼ਾਹ ਨੇ ਆਪਣੇ ਦੋਹੜਿਆਂ ਦੇ ਵਿੱਚ। ਤਾਂ ਇਹ ਤੁਸੀਂ ਮਾੜਾ ਜਿਹਾ ਧਿਆਨ ਵਿੱਚ ਰੱਖਣਾ। ਉਹ ਜਿਹੜੀਆਂ ਉਦਾਹਰਨਾਂ ਦੇ ਆਧਾਰ 'ਤੇ ਡਾਕਟਰ ਰਤਨ ਸਿੰਘ ਜੱਗੀ ਨੇ ਹਾਸ਼ਮ ਸ਼ਾਹ ਦੇ ਬਾਰੇ ਆਹ ਗੱਲ ਕਹੀ ਹੈ। ਹੂਬਹੂ ਚੇਤੇ ਰੱਖਿਓ। ਪ੍ਰਸ਼ਨ ਇਹਦਾ ਐਵੇਂ ਬਣਦਾ ਕਿ ਉਹਨੇ ਕੀ ਕਰਨਾ ਹੈ? ਐਗਜ਼ਾਮੀਨਰ ਨੇ ਇੰਨੀ ਗੱਲ ਲਿਖ ਦੇਣੀ ਹੈ, ਹਾਸ਼ਮ ਦੇ ਕਿੱਸਿਆਂ ਵਿੱਚ ਵਿਯੋਗ ਦੀ ਜਿਸ ਪੀੜ ਅਤੇ ਸੋਝ ਦਾ ਨਜ਼ਾਰਾ ਹੈ, ਉਹ ਅਸਲੋਂ ਸੰਸਾਰਿਕ ਪ੍ਰੇਮ ਕਹਾਣੀਆਂ ਰਾਹੀਂ ਸੂਫੀ ਅਨੁਭਵ ਦਾ ਚਿੱਤਰਣ ਹੈ। ਉਪਰੋਕਤ ਕਥਨ ਕਿਸ ਦਾ ਹੈ? ਥੱਲੇ ਉਹਨੇ ਆਪਸ਼ਨ ਆਹ ਹੀ ਚੱਕ ਕੇ ਪਾ ਦੇਣੇ ਹੁੰਦੇ ਆ। ਡਾਕਟਰ ਹਰਨਾਮ ਸਿੰਘ ਸ਼ਾਨ, ਰਤਨ ਸਿੰਘ ਜੱਗੀ, ਡਾਕਟਰ ਮੋਹਨ ਸਿੰਘ ਦੀਵਾਨਾ। ਇਸ ਤਰ੍ਹਾਂ ਕਰਕੇ 2 3 4 ਆਪਸ਼ਨ ਪਾਉਣੇ ਆ, ਕੋਈ ਵੀ ਚੱਕ ਕੇ ਪਾ ਦੂਗਾ। ਧਿਆਨ ਰੱਖਿਓ ਡਾਕਟਰ ਜੱਗੀ। ਹਾਂਜੀ, 208 ਦੋਹੜੇ ਅਤੇ ਡਿਉਢਾਂ। ਗੱਲ ਆਪਣੀ ਕਲੀਅਰ ਹੋ ਗਈ ਸੀ। 208 ਗਿਣਤੀ ਦੇ ਵਿੱਚ ਦੋਹੜੇ 4 ਤੁਕਾਂ ਵਾਲੇ ਦਵਈਏ ਦੇ ਤੋਲ ਅਤੇ ਡਿਉਢਾਂ ਵਿੱਚ ਦਵਈਏ ਦੇ ਅੰਤ ਉੱਤੇ 8 ਮਾਤਰਾ ਵਧਾ ਕੇ ਤੁਕਾਂਤ ਮਿਲ। ਠੀਕ ਹੈ, ਗੱਲ ਆਪਣੀ ਕਲੀਅਰ ਹੋ ਗਈ ਸੀਗੀ। ਉਹ ਜਿਵੇਂ ਅਖੀਰ ਦੇ ਵਿੱਚ ਉਹ ਇੱਕ ਉਦਾਹਰਣ ਵੀ ਦਿੱਤਾ ਹੋਇਆ 11ਵੀਂ ਵਾਲੀ ਪੁਸਤਕ ਦੇ ਵਿੱਚ। ਜਦੋਂ ਤੁਸੀਂ ਕਿੱਸਾ ਕਾਵਿ ਦੇ ਵਿੱਚ ਪੜ੍ਹਦੇ ਹੋ ਹਾਸ਼ਮ ਸ਼ਾਹ ਬਾਰੇ, ਤਾਂ ਉਦੋਂ ਇੱਕ ਉਹ ਵੀ ਲਿਖਿਆ ਹੋਇਆ, ਕਾਮਿਲ ਸ਼ੌਕ ਮਾਹੀ ਦਾ ਮੈਨੂੰ ਨਿਤ ਰਹੇ ਜਿਗਰ ਵਿੱਚ ਵਸਦਾ, ਲੂ ਲੂ ਰਸਦਾ ਰਾਂਝਣ ਬੇਪਰਵਾਹੀ ਕਰਦਾ। ਅੱਗੇ ਥੋੜ੍ਹਾ ਜਿਹਾ ਯਾਦ ਨਹੀਂ, ਮੈਨੂੰ ਵਿਸਰ ਗਿਆ, ਥੋੜ੍ਹਾ ਜਿਹਾ ਯਾਦ ਕਰ ਲਿਓ ਤੁਸੀਂ ਇਸ ਚੀਜ਼ ਨੂੰ। ਹਾਂ, ਰਾਂਝਣ ਬੇਪਰਵਾਹੀ ਕਰਦਾ ਜਰਾ ਨਾ ਖੱਸਦਾ, ਇਸ ਤਰ੍ਹਾਂ ਕਰਕੇ ਹੈ ਸ਼ਾਇਦ। ਹਾਂਜੀ, ਦੇਖ ਲਿਓ ਥੋੜ੍ਹਾ ਜਿਹਾ ਇਸ ਚੀਜ਼ ਨੂੰ। ਬਸ ਉਹ ਉਸੇ ਨੂੰ ਕਿਹਾ ਜਾਂਦਾ ਡਿਓਡ। ਜਿਵੇਂ ਮੈਂ ਇੱਕ ਵਾਰੀ ਆਹ ਕਰ ਲਈਏ ਆਪਾਂ, ਫਿਰ ਆਪਾਂ ਉਸ ਉਦਾਹਰਣ ਦੇਖਾਂਗੇ ਉਹ ਉਦਾਹਰਣ ਕੀ ਹੈ। ਹਾਂ, ਡਾਕਟਰ ਮੋਹਨ ਸਿੰਘ ਦੀਵਾਨਾ ਨੇ ਦੋਹੜਿਆਂ ਦੀ ਰਚਨਾ ਦੇ ਕਾਰਨ ਹਾਸ਼ਮ ਨੂੰ ਉਮਰ ਖਿਆਮ ਦਾ ਕਵੀ ਕਿਹਾ। ਠੀਕ ਹੈ, ਗੱਲ ਹੋ ਗਈ ਸੀ ਆਪਣੀ। ਉਮਰ ਖਿਆਮ ਦਾ ਕਿਉਂ ਕਿਹਾ ਹੈ? ਕਿਉਂਕਿ ਉਮਰ ਖਿਆਮ ਨੇ ਆਪਣੀ ਜਿਹੜੀਆਂ ਰੁਬਾਈਆਂ ਦੀ ਰਚਨਾ ਕੀਤੀ ਉਹ 4 ਤੁਕਾਂ ਦੇ ਵਿੱਚ ਕੀਤੀ ਹੈ, ਅਤੇ ਹਾਸ਼ਮ ਸ਼ਾਹ ਨੇ ਆਪਣੇ ਦੋਹੜਿਆਂ ਦੀ ਰਚਨਾ 4 ਤੁਕਾਂ ਦੇ ਵਿੱਚ ਕੀਤੀ ਹੈ। ਬਾਵਾ ਬੁੱਧ ਸਿੰਘ ਕੀ ਆਂਦਾ ਦੇਖੋ ਜੀ, ਦੋਹੜਿਆਂ ਨੂੰ ਪੜ੍ਹ ਕੇ ਮਨ ਦੀ ਹਾਲਤ ਕੁਝ ਹੋਰ ਬਣ ਜਾਂਦੀ ਹੈ, ਕਿਉਂਕਿ ਇਹ ਹਾਲਤ ਜਿਗਰ ਨੂੰ ਲਹੂ ਅਤੇ ਲਹੂ ਨੂੰ ਹਵਾੜ ਬਣਾ ਦਿੰਦੀ ਹੈ। ਲਹੂ ਨੇ ਨਹੀਂ, ਲਹੂ ਨੂੰ, ਗਲਤ ਲਿਖਿਆ ਗਿਆ ਮੇਰੇ ਤੋਂ, ਲਹੂ ਨੂੰ ਹਵਾੜ ਬਣਾ ਦਿੰਦੀ ਹੈ। ਇਹ ਗੱਲ ਕਿਹਨੇ ਕਹੀ ਹੈ? ਬਾਵਾ ਬੁੱਧ ਸਿੰਘ ਨੇ। ਕਿਹਦੇ ਬਾਰੇ? ਹਾਸ਼ਮ ਸ਼ਾਹ ਦੀ ਰਚਨਾ ਬਾਰੇ। ਕਿਹੜੀ ਰਚਨਾ ਬਾਰੇ? ਦੋਹੜਿਆਂ ਬਾਰੇ। ਹੀਰ ਰਾਂਝੇ ਦੀ ਪ੍ਰੇਮ ਕਹਾਣੀ ਦੇ ਹਵਾਲੇ ਦੁਆਰਾ ਕਵੀ ਆਪਣੇ ਸੱਚੇ ਪ੍ਰੀਤਮ ਨੂੰ ਸੁਨੇਹਾ ਭੇਜਦਾ। ਠੀਕ ਹੈ, ਗੱਲ ਹੋ ਗਈ ਸੀ ਆਪਣੀ। ਆਹ ਉਦਾਹਰਣ ਆ ਗਿਆ ਸੀ ਪੁਸਤਕ ਦੇ ਵਿੱਚ, ਵਗ ਗਏ ਪਰ ਸਵਾਰਥ ਭਰੀਏ ਤੂੰ ਜਾਵੀਂ ਤਖਤ ਹਜ਼ਾਰੇ। ਆ ਸਾਰੀ ਗੱਲ ਹੋ ਗਈ ਸੀ। ਦੋਹੜੇ ਸਰੋਤੀ ਕਾਵਿ ਦੇ ਨਮੂਨੇ ਹੈ, ਸੰਖੇਪਤਾ, ਸੰਗੀਤਕ ਹੈ ਜੀ, ਆਤਮ ਅਨੁਭਵ ਹੈ ਜੀ, ਸਭ ਤੋਂ ਵੱਧ ਕੀ ਹੈ? ਸੱਚੀ ਅਤੇ ਸੁੱਚੀ ਪ੍ਰੇਮ ਪ੍ਰੀਤ ਹੈ। ਗੱਲ ਇੰਪੋਰਟੈਂਟ ਰੱਖਿਓ ਯਾਦ। ਦੋਹੜਿਆਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਵਿਸ਼ਾ ਲਿਆ ਗਿਆ ਉਹ ਸੱਚੀ ਅਤੇ ਸੁੱਚੀ ਪ੍ਰੇਮ ਪ੍ਰੀਤ ਦਾ ਲਿਆ ਗਿਆ ਹੈ। ਦੀਪਕ ਉੱਤੇ ਪਰਵਾਨੇ ਤੇ ਸੜਨ ਵਾਲੀ ਹਾਲਤ ਬਿਆਨ ਕੀਤੀ ਹੈ। ਹੋ ਗਿਆ ਸੀ ਆਪਣਾ ਉਦਾਹਰਨ, ਆਪਣੀ ਪੁਸਤਕ ਦੇ ਵਿੱਚ ਆਪਾਂ ਪੜ੍ਹ ਲਿਆ ਸੀ। ਲਓ ਜੀ, ਪਿਆਰਾ ਸਿੰਘ ਪਦਮ ਕੀ ਆਂਦਾ ਆ ਹਾਸ਼ਮ ਸ਼ਾਹ ਬਾਰੇ? ਪਿਆਰਾ ਸਿੰਘ ਪਦਮ ਕਹਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਸਤਿਕਾਰ ਕਰਦਾ, ਕਿਉਂਕਿ ਸਿੱਖ ਰਾਜ ਕਾਲ ਦਾ ਮਤਲਬ ਹੈ ਮਹਾਰਾਜਾ ਰਣਜੀਤ ਸਿੰਘ ਕਾਲ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। 1800 ਤੋਂ 1850 ਜਿਹੜਾ ਹੈਗਾ, ਇਹ ਜਿਹੜਾ ਹੈਗਾ ਸਾਡਾ ਆਪਣਾ ਸਮਾਂ ਹੈ ਜਿਹੜਾ ਸਾਹਿਤ ਇਤਿਹਾਸ ਦਾ, ਉਹ ਹੈਗਾ ਜੀ ਮਹਾਰਾਜਾ ਰਣਜੀਤ ਸਿੰਘ ਰਾਜ ਜਾਂ ਸਿੱਖ ਰਾਜ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਪਿਆਰਾ ਸਿੰਘ ਪਦਮ ਕਹਿੰਦਾ ਜੀ ਮਹਾਰਾਜਾ ਰਣਜੀਤ ਸਿੰਘ ਇਹਦਾ ਬਹੁਤ ਸਤਿਕਾਰ ਕਰਦਾ ਸੀ ਹਾਸ਼ਮ ਸ਼ਾਹ ਦਾ। ਮੌਲਾ ਬਖਸ਼ ਕੁਸ਼ਤਾ ਇਹਨੇ ਪੁਸਤਕ ਲਿਖੀ ਹੈ, ਕਿਹੜੀ? ਪੰਜਾਬੀ ਸ਼ਾਇਰਾਂ ਦਾ ਤਜ਼ਕਰਾ। ਉਹ ਲਾਹੌਰ ਗਜੇਟੀਅਰ ਦੇ ਹਵਾਲੇ ਦੇ ਅਨੁਸਾਰ, ਲਾਹੌਰ ਗਜੇਟੀਅਰ ਇੱਕ ਪ੍ਰਮਾਣ ਹੈ, ਇਤਿਹਾਸਕ ਪ੍ਰਮਾਣ, ਉਹਦੇ ਹਵਾਲੇ ਅਨੁਸਾਰ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਸੀਗਾ ਇਹ।
ਇਹ ਗੱਲ ਕਿਹਨੇ ਲਿਖੀ ਹੈ? ਮੌਲਾ ਬਖਸ਼ ਕੁਸ਼ਤਾ ਨੇ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਦੇ ਵਿੱਚ ਗੱਲ ਕਹੀ ਹੈ। ਕਹਿੰਦਾ ਜੀ ਲਾਹੌਰ ਗਜੇਟੀਅਰ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ। ਲਾਹੌਰ ਗਜੇਟੀਅਰ ਦੇ ਵਿੱਚ ਇਹ ਗੱਲ, ਲਾਹੌਰ ਗਜੇਟੀਅਰ ਦਾ ਹਵਾਲਾ ਦਿੰਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਹਾਸ਼ਮ ਸ਼ਾਹ ਨੂੰ ਕਿਸ ਨੇ ਐਲਾਨਿਆ ਹੈ? ਤਾਂ ਕਿਹਨੇ ਕਿਹਾ ਜੀ? ਮੌਲਾ ਬਖਸ਼ ਕੁਸ਼ਤਾ ਨੇ। ਕਿਹੜੀ ਪੁਸਤਕ ਦੇ ਵਿੱਚ? ਪੰਜਾਬੀ ਸ਼ਾਇਰਾਂ ਦਾ ਤਜ਼ਕਰਾ। ਹਾਸ਼ਮ ਨੇ ਰੱਬ ਦੀ ਕਾਰੀਗਰੀ ਨੂੰ, ਰੱਬ ਹੈ ਜਿਹੜਾ ਉਹ ਸਭ ਤੋਂ ਵੱਡਾ ਕਾਰੀਗਰ ਹੀ ਰੱਬ ਹੈ। ਰੱਬ ਦੀ ਕਾਰੀਗਰੀ ਨੂੰ ਕੀ ਹੈ? ਅਬਦੀ, ਅਨੰਤ ਅਤੇ ਅਜ਼ਲੀ ਅਨਾਦ ਮੰਨਿਆ ਹੈ। ਧਿਆਨ ਰੱਖਿਓ, ਰੱਬ ਦੀ ਕਾਰੀਗਰੀ ਨੂੰ ਕੀ ਮੰਨਿਆ ਹੈ? ਅਬਦੀ। ਅਬਦੀ ਦਾ ਸ਼ਾਬਦਿਕ ਅਰਥ ਹੁੰਦਾ ਅਨੰਤ, ਜਿਸ ਦਾ ਕੋਈ ਅੰਤ ਨਾ ਹੋਵੇ, ਅਤੇ ਅਜ਼ਲੀ, ਅਨਾਦ ਮੰਨਿਆ ਹੈ। ਦੇਖੋ ਜੀ, ਹਰ ਪੋਸਤ ਦੇ ਵਿੱਚ ਦੋਸਤ, ਉਹ ਦੋਸਤ ਰੂਪ ਵਟਾਵੇ, ਦੋਸਤ ਤੀਕ ਨ ਪਹੁੰਚੇ ਕੋਈ, ਇਹ ਪੋਸਤ ਚਾ ਭੁਲਾਵੇ। ਲਓ ਜੀ, ਇਹ ਗੱਲ ਥੋੜ੍ਹੀ ਜਿਹੀ ਇੱਕ ਵਧੀਆ ਸੀਗਾ, ਇੱਕ ਉਦਾਹਰਣ ਮੈਂ ਕਿਹਾ ਚਲੋ ਦੱਸ ਦਈਏ ਤੁਹਾਨੂੰ, ਕੰਮ ਦੀ ਗੱਲ ਆ, ਯਾਦ ਰੱਖਿਓ, ਦੋੜਿਆਂ ਦੇ ਵਿੱਚੋਂ ਹੀ ਉਦਾਹਰਣ ਹੈ। ਇਸ਼ਕ ਮਜਾਜੀ ਤੇ ਇਸ਼ਕ ਹਕੀਕੀ ਦੋਹਾਂ ਨੂੰ ਇੱਕ ਦੂਜੇ ਦੇ ਸੰਮਤ ਟਿਕਾ ਕੇ ਪੇਸ਼ ਕਰਦਾ ਹੈ। ਇਸ਼ਕ ਮਜਾਜੀ ਤੇ ਇਸ਼ਕ ਹਕੀਕੀ ਦੀ ਮੈਂ ਗੱਲ ਤੁਹਾਡੇ ਨਾਲ ਪਹਿਲਾਂ ਕਲੀਅਰ ਕੀਤੀ ਹੈ। ਰੱਬ ਦਾ ਆਸ਼ਿਕ ਹੋਣ ਸੁਖਾਲਾ, ਦੋੜਿਆਂ ਦੀ ਗੱਲ ਚੱਲ ਰਹੀ ਹੈ ਬੇਟਾ ਜੀ। ਆਹ ਦੇਖੋ 4 ਸਤਰਾਂ ਵਾਲਾ। ਹਾਂ ਦੇਖੋ ਕੀ ਕਹਿੰਦਾ? ਰੱਬ ਦਾ ਆਸ਼ਿਕ ਹੋਣ ਸੁਖਾਲਾ, ਇਹ ਬੜੀ ਸੁਖਾਲੀ ਬਾਜੀ, ਗੋਸ਼ਾ ਪਕੜ ਰਹੋ ਹੋ ਸਾਬਰ, ਫੜ ਤਸਬੀ ਬਣੋ ਨਮਾਜੀ, ਸੁਖ ਆਰਾਮ ਜਗਤ ਵਿੱਚ ਸੋਭਾ, ਤੇ ਦੇਖ ਹੋਵੇ ਦਿਲ ਰਾਜੀ, ਹਾਸ਼ਮ ਖਾਕ ਰੁਲਾਵੇ ਗਲੀਆਂ, ਇਹ ਕਾਫਰ ਇਸ਼ਕ ਮਜਾਜੀ। ਲਓ ਜੀ, ਇਹ ਹੈ ਜਿਹੜਾ ਇਹ ਕਿਹਦਾ ਉਦਾਹਰਣ ਹੈ? ਹਾਸ਼ਮ ਸ਼ਾਹ ਦਾ, ਦੋੜਿਆਂ ਦੇ ਵਿੱਚ। ਸੂਫੀਆਨਾ ਸ਼ਾਇਰੀ ਦੇ ਵਿੱਚ ਰਚਿਤ ਡਿਓਢਾਂ, ਡਿਓਢ ਦੀ ਗੱਲ ਕਰਦੇ ਹਾਂ। ਇਹਨਾਂ ਦਾ ਮੁੱਖ ਸਰੋਕਾਰ ਕੀ ਹੈ? ਇਸ਼ਕ ਹੈ ਮੁੱਖ ਉਦੇਸ਼, ਇਸ਼ਕ ਹੈ ਜਿਹਦੇ ਵਿੱਚ ਕੀ ਵਿਸ਼ੇ ਲਏ ਗਏ ਹਨ? ਹਿਜਰ ਤੇ ਵਸਲ। ਹਿਜਰ ਦਾ ਮਤਲਬ ਹੁੰਦਾ ਵਿਛੋੜਾ, ਤੇ ਵਸਲ ਦਾ ਮਤਲਬ ਹੁੰਦਾ ਸੰਯੋਗ, ਸੰਯੋਗ ਵਿਜੋਗ, ਆਤਮ ਸਮਰਪਣ, ਆਤਮ ਤਿਆਗ, ਆਤਮ ਬਲਿਦਾਨ। ਅਕਲ ਤੇ ਇਸ਼ਕ ਵਿਚਲਾ ਬਾਹਮੀ ਤਜਾਦ, ਪਰਸਪਰ ਵਿਰੋਧ, ਕਿਉਂਕਿ ਅਕਲ ਤੇ ਇਸ਼ਕ ਦੋਨਾਂ ਦਾ ਪਰਸਪਰ ਵਿਰੋਧ ਰਿਹਾ ਹੈ। ਜਿਹੜਾ ਇਸ਼ਕ ਹੈ ਜਿਹੜਾ ਉਹ ਇਹ ਸਮਝ ਲਓ ਵੀ ਬੰਦੇ ਦੀ ਅਕਲ ਮੱਤ ਕੱਢ ਦਿੰਦਾ ਹੈ। ਸਹੀ ਗੱਲ ਹੈ ਕਿ ਨਹੀਂ? ਕਿਉਂਕਿ ਇਸ਼ਕ ਹੈ ਜਿਹੜਾ ਇਹ ਆ ਦੁਨਿਆਵੀ ਇਸ਼ਕ ਦੀ ਗੱਲ ਕਰ ਲਓ, ਬੰਦੇ ਦੀ ਮੱਤ ਕੱਢ ਦਿੰਦਾ ਇਹ ਇਸ਼ਕ। ਆ ਦੇਖ ਲਓ, ਹਾਸ਼ਮ ਸ਼ਾਹ ਨੇ ਗੱਲ ਕਹੀ ਆ, ਮੈਂ ਆਪਣੇ ਮੂੰਹੋਂ ਕੁਝ ਨਹੀਂ ਕਹਿ ਰਿਹਾ। ਆਪਣੀਆਂ ਡਿਓਢਾਂ ਦੇ ਵਿੱਚ ਇਹਨੇ ਇੱਕ ਵਿਸ਼ਾ ਲਿਆ ਸੀਗਾ, ਅਕਲ ਤੇ ਇਸ਼ਕ ਵਿਚਲਾ ਬਾਹਮੀ ਤਜਾਦ। एक वो बड़ा मशहूर जी होती है वीडियो, संसारिक दृष्टि से देखो तो भगत पागल जैसा ही नज़र आता है। ਇਹਦਾ ਮਤਲਬ ਕੀ ਹੈ? ਕਿਉਂਕਿ ਜਿਹੜਾ ਮੰਨ ਲਓ ਇਸ਼ਕ ਦੇ ਵਿੱਚ ਪੈ ਗਿਆ, ਉਹ ਪਾਗਲ ਹੋ ਗਿਆ, ਉਹਦੀ ਬੁੱਧੀ ਨੇ ਕੰਮ ਕਰਨੋਂ, ਉਹਦਾ ਅਕਲ ਆ ਜਿਹੜੀ ਉਹ ਕੰਮ ਕਰਨੋਂ ਹਟ ਜਾਂਦੀ ਹੈ। ਆ ਗੱਲ ਹਾਸ਼ਮ ਸ਼ਾਹ ਕਹਿ ਰਿਹਾ, ਮੈਂ ਤਾਂ ਬਈ ਕੁਛ ਨਹੀਂ ਆਖਿਆ ਗਿਆ, ਮੈਂ ਤਾਂ ਸ਼ਬਦ ਤੁਹਾਡੇ ਤੱਕ ਪਹੁੰਚਾਏ ਆ ਹਾਸ਼ਮ ਸ਼ਾਹ ਦੀ ਗੱਲ ਦੇ ਵਿਚਲਾ ਬਾਹਮੀ ਤਜਾਦ। ਬਾਹਮੀ ਤਜਾਦ ਦਾ ਸ਼ਾਬਦਿਕ ਅਰਥ ਹੁੰਦਾ ਪਰਸਪਰ ਵਿਰੋਧ। ਅਕਲ ਤੇ ਇਸ਼ਕ ਦਾ ਹਮੇਸ਼ਾ ਵਿਰੋਧ ਰਿਹਾ ਹੈ। ਜਿਹਦੀ ਅਕਲ ਕੰਮ ਕਰੂਗੀ ਉਹ ਇਸ਼ਕ ਨਹੀਂ ਕਰੂਗਾ, ਤੇ ਜਿਹੜਾ ਇਸ਼ਕ ਕਰਨ ਲੱਗ ਗਿਆ ਉਹਦੀ ਅਕਲ ਨਹੀਂ ਕੰਮ ਕਰੂਗੀ। ਇਹ ਗੱਲ ਕੌਣ ਕਹਿ ਰਿਹਾ? ਹਾਸ਼ਮ ਸ਼ਾਹ। ਐ ਨਾ ਕਹਿ ਦਿਓ ਸਿਮਰਨਜੀਤ ਸਰ ਕਹਿ ਰਹੇ ਸੀ, ਸਰ ਸਿਮਰਨਜੀਤ ਸਰ ਕੇ ਅਨੁਸਾਰ, ਐਵੇਂ ਨਾ ਕਰ ਦਿਓ ਕਿਤੇ, ਹਾਸ਼ਮ ਸ਼ਾਹ ਦੇ ਅਨੁਸਾਰ ਹੀ ਰਹਿਣ ਦਿਓ ਇਹਨੂੰ। ਹਾਂਜੀ, ਯਾਦ ਮਤਲਬ ਸਿਮਰਨ, ਮੈਨੂੰ ਯਾਦ ਕਰਦੇ ਹੋ ਤੁਸੀਂ, ਸਿਮਰਨ ਦਾ ਸ਼ਾਬਦਿਕ ਅਰਥ ਯਾਦ। ਧਿਆਨ ਆਦਿ ਡਿਓਢਾਂ ਵਿੱਚ ਹੀਰ ਰਾਂਝੇ ਤੇ ਲੈਲਾ ਮਜਨੂ ਦੇ ਰੂਪਕ ਵਰਤੇ ਆ। ਧਿਆਨ ਰੱਖਿਓ, 2 ਜੋੜੀਆਂ ਦੇ ਰੂਪਕ ਤਾਂ ਵਰਤੇ ਆ, ਹੀਰ ਰਾਂਝਾ ਤੇ ਲੈਲਾ ਮਜਨੂ। ਡਾਕਟਰ ਗੁਰਦੇਵ ਸਿੰਘ, ਪੰਜਾਬੀ ਸੂਫੀ ਕਾਵਿ ਦਾ ਇਤਿਹਾਸ ਪੁਸਤਕ ਲਿਖੀ ਹੈ ਡਾਕਟਰ ਗੁਰਦੇਵ ਸਿੰਘ ਨੇ। ਉਹ ਕੀ ਕਹਿੰਦਾ? ਸੂਫੀਆਂ ਦੇ ਨੌਸ਼ਾਹੀ ਸਿਲਸਿਲੇ ਨਾਲ ਸੰਬੰਧਿਤ ਸੀ। ਨੌਸ਼ਾਹਗੰਜ ਕਾਦਰੀ ਨਾਮ ਸੁਣਿਆ ਤੁਸੀਂ? ਉਸ ਦਾ ਇਹ ਉਸ ਦੇ ਚੇਲੇ ਦਾ ਅੱਗੇ ਚੇਲਾ ਸੀ, ਮਤਲਬ ਚੌਥੀ ਜਗ੍ਹਾ 'ਤੇ ਚੇਲਾ ਸੀਗਾ ਉਸ ਦਾ, ਨੌਸ਼ਾਹਗੰਜ ਕਾਦਰੀ ਦਾ। ਇਹ ਗੱਲ ਕਿਹਨੇ ਕਹੀ ਹੈ? ਡਾਕਟਰ ਗੁਰਦੇਵ ਸਿੰਘ ਨੇ ਪੰਜਾਬੀ ਸੂਫੀ ਕਾਵਿ ਦੇ ਇਤਿਹਾਸ ਵਿੱਚ ਲਿਖੀ ਹੈ ਗੱਲ, ਵੀ ਇਹ ਸੂਫੀਆਂ ਦੇ ਕਿਹੜੇ ਸਿਲਸਿਲੇ ਨਾਲ ਸੰਬੰਧਿਤ ਸੀ। ਜਿਵੇਂ ਆਪਾਂ ਪੜ੍ਹਦੇ ਹਾਂ ਬਾਬਾ ਸ਼ੇਖ ਫਰੀਦ, ਉਹ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਨਾਲ ਸੰਬੰਧਿਤ ਸੀ, ਤੇ ਸੂਫੀਆਂ ਦੇ ਨਸ਼ਾਈ ਸਿਲਸਿਲੇ ਨਾਲ। ਮੀਆਂ ਮੁਹੰਮਦ ਬਖਸ਼ ਕੀ ਕਹਿੰਦਾ ਜੀ ਇਸ ਦੇ ਬਾਰੇ? ਉਹ ਕਹਿੰਦਾ ਜੀ ਕਲਾਮ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਕਿਹੜੀਆਂ ਇਸ ਦੀ ਰਚਨਾ ਦੀਆਂ, ਕਿ ਹਾਸ਼ਮ ਸ਼ਾਹ ਦੀ ਜਿਹੜੀ ਸੂਫੀ ਰਚਨਾ ਉਹਦੀਆਂ ਵਿਸ਼ੇਸ਼ਤਾਵਾਂ। ਇੱਕ ਤਾਂ ਹੈਗਾ ਜੀ ਮੁਖਤਸਰ। ਮੁਖਤਸਰ ਦਾ ਸ਼ਾਬਦਿਕ ਅਰਥ ਹੁੰਦਾ ਸੰਖੇਪ। ਇੱਕ ਤਾਂ ਰਚਨਾਵਾਂ ਦੇ ਵਿੱਚ ਸੰਖੇਪਤਾ। ਦਰਦ ਪੁੱਜੀ ਬੋਟੀ, ਇਹਦਾ ਮਤਲਬ ਹੈ ਬਿਰਹਾ। ਇੱਕ ਹੈਗਾ ਜੀ ਲੰਮੀ ਛੋਟੀ। ਲੰਮੀ ਛੋਟੀ ਦਾ ਮਤਲਬ ਤੁਕਬੰਦੀ ਵਿੱਚ ਵਾਧਾ ਘਾਟਾ ਕੀਤਾ ਹੈ ਨਾ, ਕਿਉਂਕਿ ਦੋਹੜਿਆਂ ਦੇ ਆਖਿਰ ਦੇ ਵਿੱਚ 8 ਮਾਤਰਾ ਵਧਾ ਕੇ ਤੁਕ ਵੱਡੀ ਕਰ ਲਈ, ਕਦੀ ਤੁਕ ਛੋਟੀ ਕਰ ਲਈ। ਉਸ ਨੂੰ ਕੀ ਕਿਹਾ? ਮੀਆਂ ਮੁਹੰਮਦ ਬਖਸ਼ ਨੇ ਲੰਮੀ ਛੋਟੀ ਕਿਹਾ।
ਵੀ ਲੰਮੀ ਦਾ ਮਤਲਬ ਤੁਕ ਜਾਂ ਸਤਰ ਲੰਮੀ, ਛੋਟੀ ਦਾ ਮਤਲਬ ਤੁਕ ਜਾਂ ਸਤਰ ਆਕਾਰ ਦੇ ਵਿੱਚ, ਸਾਈਜ਼ ਦੇ ਵਿੱਚ ਛੋਟੀ। ਹੁਣ ਧਿਆਨ ਰੱਖਿਓ ਇਸ ਗੱਲ ਦਾ, ਐਵੇਂ ਦਾ ਆ ਜਿਹੜਾ ਭੈੜਾ ਜਿਹਾ ਪ੍ਰਸ਼ਨ ਲਿਖਿਆ ਨਾ, ਇਹ ਬਹੁਤ ਪੈਂਦੇ ਹੁੰਦੇ ਆ ਪ੍ਰਸ਼ਨ। ਗੱਲ ਧਿਆਨ ਰੱਖਿਓ ਵੀ ਐਵੇਂ ਉਹਨੇ ਕਹਿਣਾ ਹੈ, ਕਲਾਮ ਦੀਆਂ ਵਿਸ਼ੇਸ਼ਤਾਵਾਂ ਹਨ ਮੁਖਤਸਰ, ਦਰਦ ਪੁੱਜੀ ਬੋਟੀ, ਲੰਮੀ ਛੋਟੀ, ਇਹ ਕਿਸ ਦੀ ਰਚਨਾ ਦੀਆਂ ਵਿਸ਼ੇਸ਼ਤਾਵਾਂ ਹਨ। ਉੱਥੇ ਤੁਸੀਂ ਫਿਰ ਭੰਬਲ ਭੂਸੇ 'ਚ ਪੈ ਜਾਣਾ, ਉੱਥੇ ਫਿਰ ਤੁਸੀਂ ਛਛੋ ਪੰਜ ਦੇ ਵਿੱਚ ਪੈ ਜਾਣਾ। ਛਛੋ ਪੰਜ 'ਚ ਪੈਣ ਦੀ ਬਜਾਏ ਡਾਇਰੈਕਟ ਗੱਲ ਯਾਦ ਰੱਖਣੀ ਹੈ। ਇਹ ਗੱਲ ਮੀਆਂ ਮੁਹੰਮਦ ਬਖਸ਼ ਨੇ ਇਸ ਦੀ ਰਚਨਾ ਨੂੰ, ਹਾਸ਼ਮ ਸ਼ਾਹ ਦੀ ਰਚਨਾ ਨੂੰ ਇੰਨੀਆਂ ਸਾਰੀਆਂ ਵਿਸ਼ੇਸ਼ਤਾਵਾਂ ਦੱਸੀਆਂ ਹਾਸ਼ਮ ਸ਼ਾਹ ਦੀ ਰਚਨਾ ਦੀਆਂ। ਡਾਕਟਰ ਭੋਗਲ, ਡਾਕਟਰ ਭੋਗਲ ਦਾ ਮਤਲਬ ਡਾਕਟਰ ਪਿਆਰਾ ਸਿੰਘ ਭੋਗਲ। ਪਿਆਰਾ ਸਿੰਘ ਭੋਗਲ ਕਹਿੰਦਾ, ਪਿਆਰਾ ਸਿੰਘ ਭੋਗਲ ਨੇ ਹਾਸ਼ਮ ਸ਼ਾਹ ਦੀ ਤੁਲਨਾ ਕਿਹਦੇ ਨਾਲ ਕੀਤੀ ਹੈ? ਮਿਰਜ਼ਾ ਗਾਲਿਬ ਦੇ ਨਾਲ। ਕਿਹਦੇ ਨਾਲ? ਮਿਰਜ਼ਾ ਗਾਲਿਬ ਦੇ ਨਾਲ ਕੀਤੀ ਹੈ ਹਾਸ਼ਮ ਸ਼ਾਹ ਦੀ ਤੁਲਨਾ। ਕਿਹਨੇ? ਡਾਕਟਰ ਪਿਆਰਾ ਸਿੰਘ ਭੋਗਲ ਨੇ। ਗੱਲ ਧਿਆਨ ਰੱਖਿਓ, ਪੂਰੀ ਗੱਲ ਸੁਣ ਲਓ ਵੀ ਇਹਨੇ ਕਿਹਾ ਕੀ ਹੈ। ਹੁਣ ਪੂਰੀ ਤੁਕ ਦੀ ਤਾਂ ਸੁਣਨੀ ਹੈ ਨਾ ਵੀ, ਪੂਰਾ ਬਿਆਨ ਤਾਂ ਸੁਣੀਏ। ਡਾਕਟਰ ਭੋਗਲ ਕੀ ਕਹਿੰਦਾ? ਕੀ ਕਹਿੰਦਾ ਵੀ ਜਿਵੇਂ ਮਹਾਕਵੀ ਗਾਲਿਬ ਦੇ ਸ਼ੇਰ ਸੁਤੰਤਰ ਰੂਪ ਵਿੱਚ ਜੀਵਨ ਦੇ ਅਨੇਕਾਂ ਮਸਲਿਆਂ ਉੱਤੇ ਨਾ ਕੇਵਲ ਸਿਆਣੀ ਟੀਕਾ ਟਿੱਪਣੀ ਕਰਦੇ ਹਨ, ਸਗੋਂ ਅੰਦਾਜ਼ ਬਿਆਨ ਵੀ ਬੜਾ ਨਿਰਾਲਾ ਹੈ। ਇਉਂ ਹਾਸ਼ਮ ਦੇ ਦੋਹੜਿਆਂ ਵਿੱਚ ਅਧਿਆਤਮਕ ਗਿਆਨ ਦੇ ਨਾਲ ਜੀਵਨ ਦੀਆਂ ਵੰਨ ਸੁਵੰਨੀਆਂ ਸੱਚਾਈਆਂ ਨਾਟਕੀ ਰੂਪ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਇਹ ਗੱਲ ਡਾਕਟਰ ਪਿਆਰਾ ਸਿੰਘ ਭੋਗਲ ਨੇ ਆਖੀ ਹੈ ਹਾਸ਼ਮ ਸ਼ਾਹ ਦੇ ਬਾਰੇ। ਹਾਸ਼ਮ ਸ਼ਾਹ ਦੇ ਦੋਹੜਿਆਂ ਦੀ ਤੁਲਨਾ ਮਿਰਜ਼ਾ ਗਾਲਿਬ ਦੀ ਸ਼ਾਇਰੀ ਦੇ ਨਾਲ ਕੀਤੀ ਹੈ। ਰੱਖਿਓ ਗੱਲ ਚੇਤੇ। ਹਾਂਜੀ, ਅੱਗੇ ਦੇਖੋ, ਇੰਨੀ ਅੱਖੀਂ ਰੱਬ ਨਜ਼ਰ ਨਾ ਆਵੇ, ਰੱਬ ਹੋਰ ਅੱਖੀਂ ਬਨ ਮਾਹੀ, ਦਹਿ ਸਿਰ ਬਿਸਤ ਅੱਖੀਂ ਆਇਆ, ਪਰ ਰਾਮ ਪਛਾਤਸ ਨਹੀਂ। ਦੇਖੋ ਜੀ, ਇਹਨਾਂ ਅੱਖਾਂ ਦੇ ਨਾਲ ਰੱਬ ਨਜ਼ਰ ਨਹੀਂ ਆਉਂਦਾ, ਕਿਉਂਕਿ ਕੰਵਰ ਗਰੇਵਾਲ ਦੇ ਅਨੁਸਾਰ ਕੀ ਕਹਿੰਦਾ, ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖੀਆਂ ਨਹੀਂ। ਇਵੇਂ ਗੱਲ ਇੱਥੇ ਆ, ਦੇਖ ਲਓ ਉਹੀ ਗੱਲ ਹੈ। ਦੇਖ ਲਓ ਕਿਵੇਂ, ਦਹਿ ਸਿਰ ਬਿਸਤ ਅੱਖੀਆਂ, ਕਿਉਂਕਿ ਉਹ ਰੱਬ ਜਿਨ੍ਹਾਂ ਨੂੰ ਦਿਸਦਾ ਉਹ ਵਾਕਈ ਅੱਖਾਂ ਹੋਰ ਹੁੰਦੀਆਂ। ਹੁਣ ਇੱਥੇ ਕਵੀ ਹਾਸ਼ਮ ਸ਼ਾਹ ਨੇ ਕੀ ਕੀਤਾ ਵੀ, ਦਹਿ ਸਿਰ ਮਤਲਬ ਰਾਵਣ, 10 ਸਿਰਾਂ ਵਾਲਾ ਦਹਿ ਸਿਰ, ਰਾਵਣ ਦਾ ਉਦਾਹਰਣ ਦਿੱਤਾ ਹੈ। ਦਹਿ ਸਿਰ ਬਿਸਤ ਅੱਖੀਂ ਆਇਆ, ਬਿਸਤ ਦਾ ਮਤਲਬ ਹੁੰਦਾ 20। ਰਾਵਣ ਦੇ 10 ਸਿਰ, ਇਹਦਾ ਮਤਲਬ ਅੱਖਾਂ ਕਿੰਨੀਆਂ ਹੋ ਗਈਆਂ? 20 ਅੱਖਾਂ ਹੋਣ ਦੇ ਬਾਵਜੂਦ ਵੀ ਉਹ ਰਾਮ ਨੂੰ, ਪਰਮਾਤਮਾ ਨੂੰ ਪਛਾਤੋਸ ਮਤਲਬ ਪਛਾਣ ਨਹੀਂ ਸਕਿਆ। ਗੱਲ ਸਹੀ ਆਖੀ ਹੈ ਕੰਵਰ ਗਰੇਵਾਲ ਨੇ ਕਿ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖੀਆਂ ਨੇ। ਆਹ ਦੇਖ ਲਓ, ਸਹੀ ਗੱਲ ਹੈ। ਇੰਨੀ ਅੱਖੀਂ ਰੱਬ ਨਜ਼ਰ ਨਾ ਆਵੇ। ਹਾਸ਼ਮ ਸ਼ਾਹ ਕਹਿੰਦਾ ਜਿਹੜੀਆਂ ਮੇਰੀਆਂ ਅੱਖਾਂ ਦੇ ਨਾਲ ਤਾਂ ਰੱਬ ਨਜ਼ਰ ਨਹੀਂ ਆ ਰਿਹਾ, ਰੱਬ ਹੋਰ ਅੱਖੀਂ ਮਨ ਮਾਹੀ ਹੈ। ਹਾਸ਼ਮ ਸ਼ਰੀਅਤ ਨੂੰ ਅਧਿਆਤਮਕ ਵਿਕਾਸ ਦਾ ਪਹਿਲਾ ਪੜਾਅ ਮੰਨਦਾ ਹੈ, ਸ਼ਰੀਅਤ ਦਾ ਵਿਰੋਧੀ ਨਹੀਂ ਹੈ। ਹਾਸ਼ਮ ਸ਼ਾਹ ਹੈ ਜਿਹੜਾ, ਇਹ ਸ਼ਰੀਅਤ ਦਾ ਵਿਰੋਧ ਨਹੀਂ ਕਰਦਾ। ਸੂਫੀ ਮਤ ਦੇ 4 ਪੜਾਵ, 4 ਮੰਜ਼ਿਲਾਂ ਹਨ, ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਸ਼ਰੀਅਤ ਪਹਿਲੀ ਅਵਸਥਾ ਹੈ। ਸ਼ਰੀਅਤ ਦਾ ਸ਼ਾਬਦਿਕ ਅਰਥ ਹੈ ਇਸਲਾਮੀ ਰਹੁ ਰੀਤਾਂ, ਇਸਲਾਮੀ ਕਾਨੂੰਨ ਦੇ ਅਨੁਸਾਰ ਆਪਣਾ ਜੀਵਨ ਯਾਚ, ਆਪਣੀ ਜੀਵਨ ਨੂੰ ਬਿਤਾਉਣਾ, ਉਹਨੂੰ ਕਿਹਾ ਜਾਂਦਾ ਹੈ ਸ਼ਰੀਅਤ। ਹੁਣ ਇੱਥੇ ਹਾਸ਼ਮ ਸ਼ਾਹ ਜਿਹੜਾ ਉਹ ਕਹਿੰਦਾ ਹੈ ਵੀ ਸ਼ਰੀਅਤ ਹੈ ਜਿਹੜਾ ਉਹ ਸੂਫੀ ਕਾਵਿ ਦਾ ਅਧਿਆਤਮਕ ਵਿਕਾਸ ਦਾ ਪਹਿਲਾ ਪੜਾਵ ਹੈ, ਜ਼ਰੂਰੀ ਹੈ। ਇਸ ਦਾ ਵਿਰੋਧ ਨਹੀਂ ਕਰਦਾ ਹਾਸ਼ਮ ਸ਼ਾਹ, ਇਸ ਦੀ ਹਮਾਇਤ ਕਰਦਾ ਹੈ, ਇਸ ਦਾ ਸਮਰਥਨ ਕਰਦਾ ਹੈ। ਲਓ ਜੀ, ਹਾਸ਼ਮ ਸ਼ਾਹ ਬਾਰੇ ਆਪਣੀਆਂ ਗੱਲਾਂ ਹੋ ਗਈਆਂ ਬੇਟਾ ਜੀ ਕਲੀਅਰ। ਅਤੇ ਮੈਨੂੰ ਲੱਗਦਾ ਵੀ ਹਾਸ਼ਮ ਸ਼ਾਹ ਬਾਰੇ ਤੁਹਾਡਾ ਕੋਈ ਵੀ ਪ੍ਰਸ਼ਨ ਆ ਜੇ, ਚਾਹੇ ਕਿੱਸੇ ਦੇ ਵਿੱਚੋਂ ਆ ਜੇ, ਚਾਹੇ ਸੂਫੀ ਦੇ ਵਿੱਚੋਂ, ਆਹ ਪ੍ਰਸ਼ਨ ਤਾਂ ਨਹੀਂ ਆਊਗਾ ਵੀ ਕਿਹੜਾ ਕਵੀ ਹੈ ਵੀ ਜਾਂ ਕਿਹੜਾ ਮਤਲਬ ਹੈਗਾ ਕਵੀ, ਹਾਂ ਕਿਹੜਾ ਕਵੀ ਹੈ ਜੋ ਸੂਫੀ ਕਵੀ ਵੀ ਹੈ ਅਤੇ ਕਿੱਸਾ ਕਵੀ ਵੀ ਹੈ। ਇਹ ਪ੍ਰਸ਼ਨ ਤਾਂ ਨਹੀਂ ਬੇਟਾ ਜੀ ਆਉਂਦਾ। ਇਸ ਕਰਕੇ ਅਗਲੀਆਂ ਗੱਲਾਂ ਜਿਹੜੀਆਂ ਉਹ ਥੋੜ੍ਹੀਆਂ ਜਿਹੀਆਂ ਧਿਆਨ ਰੱਖਿਓ। ਡਾਕਟਰ ਸ਼ਾਨ ਵਾਲੀ ਗੱਲ ਨਾ ਭੁੱਲਿਓ, ਬੜੀ ਸ਼ਾਨ ਦੇ ਨਾਲ ਚੇਤੇ ਰੱਖਿਓ ਵੀ ਡਾਕਟਰ ਹਰਨਾਮ ਸਿੰਘ ਸ਼ਾਨ ਨੇ ਹਾਸ਼ਮ ਸ਼ਾਹ ਦਾ ਜਨਮ ਮਦੀਨਾ ਸ਼ਰੀਫ ਦੇ ਵਿੱਚ ਦੱਸਿਆ। ਬਾਕੀ ਕਾਮਨ ਹੈ ਜਿਹੜਾ ਉਹ ਜਗਦੇਓ ਕਲਾਂ ਆਉਂਦਾ ਹੀ ਹੈ ਪਿੰਡ ਦਾ ਨਾਮ, ਤੁਸੀਂ ਪੜ੍ਹ ਹੀ ਲਿਆ। हाँ जी, जल्दी मिलते हैं जी। सूफी काव अपना ख़त्म, किस्सा काव अपना ख़त्म, गुरमत काव लैके आना जी तुहाडे सामने। जल्दी मिलते हैं जी। सत श्री अकाल।